है। अगला दिन चढ़िया सतगुरां ने बौली साहिब 'ਚ इशनान किया है। फिर महाराज आसा दरिया के कंढे ते जो दो सतगुरां दे देवरे ने जिथे सतगुरां दे संस्कार होए, गुरु अमरदास महाराज ते गुरु रामदास जी दे संस्कार स्थान ते गए ने। गुरुदेव दे पावन स्थान ते नमस्कार कीती है। सतगुरां ने भी वड्डे सतगुरां नूं याद करके जो हिरदे दा वलवला प्रेम सी प्रगट किया, नेत्र सेजल होए ने। फिर महाराज जी ने कड़ा प्रसादी देग उत्थे वरताई है ते कुछ समा सतगुरु जी उत्थे बतीत करते ने। फिर महाराज बाबा मोहरी जी दे घर आ जाते ने। इथों तक आपां कथा कल सरवण कीती सी। आओ और संगत जी, जिस तरह सतगुरु जी 3 दिन गोविंदवाल साहिब रहण तो बाद गुरबाणी दीआं पोथियां किस तरह सत्कार दे नाल पालकी साहिब 'ਚ विराजमान करके सतगुरु ਅੰਮ੍ਰਿਤਸਰ ਵੱਲ ਨੂੰ ਚੱਲਦੇ ਨੇ। ਰਸਤੇ ਵਿੱਚ ਖਡੂਰ ਸਾਹਿਬ ਨਗਰ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਚਰਨ ਛੋਹ ਸਥਾਨ, ਉਸ ਨਗਰ ਵਿੱਚ ਸਤਿਗੁਰੂ ਕੁਝ ਸਮਾਂ ਬਤੀਤ ਕਰਨਗੇ। ਉੱਥੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਪੁੱਤਰ ਬਾਬਾ ਦਾਤੂ ਜੀ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਆਪਣੀ ਭੁੱਲ ਬਖਸ਼ਾਉਣਗੇ, ਪਿਛਲੀਆਂ ਭੁੱਲਾਂ। ਜਿਸ ਤਰ੍ਹਾਂ ਸਤਿਗੁਰੂ ਜੀ ਇਹਨਾਂ ਤੇ ਵੀ ਬਖਸ਼ਿਸ਼ਾਂ ਕਰਦੇ ਨੇ। ਇਹ ਕਥਾ ਅੱਗੇ ਆ ਰਹੀ ਹੈ। ਆਓ ਗੁਰ ਸੰਗਤ ਜੀ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜੀਏ। ਸਤਿਗੁਰੂ ਸਾਹਿਬ ਜੀ ਦੇ ਜੀਵਨ ਕੌਤਕਾਂ ਦੀ ਅੰਮ੍ਰਿਤਮਈ ਕਥਾ ਹੈ। ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸਾਰੀ ਹੀ ਸੰਗਤ ਦਿਓ ਅਸੀਸ। ਰਸਨਾ ਕਰੋ ਪਵਿੱਤਰ, ਪਿਆਰ ਸਤਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਕਟ ਮੋਹਰੀ ਆਦ ਨਰ, ਬੈਠੇ ਸਭ ਸੁਖ ਪਾਈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਸਪੁੱਤਰ ਬਾਬਾ ਮੋਹਰੀ ਜੀ ਅਤੇ ਹੋਰ ਸਿੱਖ ਸੰਗਤਾਂ ਗੋਇੰਦਵਾਲ ਸਾਹਿਬ ਨਗਰ ਦੀਆਂ ਸਾਰੇ ਬੜੇ ਚਾਵਾਂ ਨਾਲ, ਪ੍ਰੇਮ ਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਜੀ ਵਿੱਚੋਂ ਗੁਰੂ ਅਮਰਦਾਸ ਸਾਹਿਬ ਜੀ ਦੀ ਜੋਤ ਦੇ ਦਰਸ਼ਨ ਕਰ ਰਹੇ ਨੇ। ਜਿਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਹੈ। ਲੰਮਾ ਸਮਾਂ ਸਤਿਗੁਰਾਂ ਨੇ ਉੱਥੇ ਬਤੀਤ ਕੀਤਾ। ਇਲਾਕੇ ਦੀਆਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਸੀ। ਮੂੰਹ ਮੰਗੀਆਂ ਮੁਰਾਦਾਂ ਪਾਉਂਦੀਆਂ। ਗੁਰੂਦੇਵ ਦੇ ਦਰਸ਼ਨ ਕਰਕੇ ਆਤਮਾ ਦੇ ਵਿੱਚ ਪ੍ਰਸੰਨਤਾ ਪ੍ਰਾਪਤ ਹੁੰਦੀ ਸੀ। ਅੱਜ ਉਹ ਦਰਸ਼ਨ ਗੁਰੂ ਅਮਰਦਾਸ ਸਾਹਿਬ ਜੀ ਦੇ ਦੋਤੇ ਲੱਗਦੇ ਨੇ, ਗੁਰੂ ਅਰਜਨ ਦੇਵ ਸਾਹਿਬ। ਉਹਨਾਂ ਦੇ ਵਿੱਚੋਂ ਸੰਗਤਾਂ ਕਰ ਰਹੀਆਂ ਨੇ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਬਹੁਤਾ ਸੁੱਖ ਪਾ ਰਹੇ ਹਨ। ਸ੍ਰੀ ਅਰਜਨ ਤੇ ਸ਼ਿਸ਼ਨ ਬਿਖਾ, ਬੋਲੇ ਮੁਖ ਮੁਸਕਾਈ। ਗੁਰਦੇਵ ਨੇ ਸਾਰਿਆਂ ਨੂੰ ਕੋਲ ਬੈਠਿਆਂ ਦੇਖਿਆ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਵੀ ਪ੍ਰਸੰਨ ਨੇ। ਮਹਾਰਾਜ ਮੁਸਕਰਾਏ ਨੇ ਤੇ ਮੁਸਕਰਾ ਕੇ ਆਪਣੇ ਮੁਖ ਤੋਂ ਸਤਿਗੁਰਾਂ ਨੇ ਬਚਨ ਕਹੇ ਨੇ। ਸਵਈਆ ਛੰਦ ਮਾਤੁਲ ਜੀ ਆਗਿਆ ਅਬਦੀਜਾ। ਸਤਿਗੁਰੂ ਜੀ ਬਾਬਾ ਮੋਹਰੀ ਜੀ ਗੁਰੂ ਅਮਰਦਾਸ ਜੀ ਦੇ ਪੁੱਤਰ ਗੁਰਦੇਵ ਦੇ ਮਾਮੇ ਲੱਗਦੇ ਨੇ। ਬੀਬੀ ਭਾਨੀ ਜੀ ਦੇ ਭਰਾ ਹਨ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ, ਮਾਮਾ ਜੀ ਹੁਣ ਸਾਨੂੰ ਆਗਿਆ ਦਿਓ, ਹੁਣ ਸਾਨੂੰ ਖੁਸ਼ੀ ਖੁਸ਼ੀ ਵਧਾਈਗੀ ਦਿਓ। ਸੁਦਾ ਸਰੋਵਰ ਕਰੇ ਬਿਆਨ, ਅਸੀਂ ਹੁਣ ਚੱਲ ਕੇ ਅੰਮ੍ਰਿਤਸਰ ਵੱਲ ਨੂੰ ਪਿਆਨਾ ਕਰੀਏ, ਅੰਮ੍ਰਿਤਸਰ ਪਹੁੰਚੀਏ। ਕਾਰਜ ਪਇਓ ਹਮਾਰੋ ਪੂਰਨ, ਜਿਸ ਕਾਰਜ ਵਾਸਤੇ ਅਸੀਂ ਗੋਇੰਦਵਾਲ ਸਾਹਿਬ ਆਏ ਸੀ ਉਹ ਕਾਰਜ ਸਾਡੇ ਪੂਰੇ ਹੋਏ ਨੇ। ਕਿਰਪਾ ਤੁਮਾਰੀ ਤੇ ਠਾਣ, ਆਪ ਜੀ ਨੇ ਕਿਰਪਾ ਕੀਤੀ ਹੈ। ਤੁਸੀਂ ਅਸੀਸਾਂ ਦਿੱਤੀਆਂ ਨੇ ਵੱਡਿਆਂ ਨੇ। ਤੁਹਾਡੀ ਕਿਰਪਾ ਸਦਕਾ ਜਿਸ ਕਾਰਜ ਵਾਸਤੇ ਅਸੀਂ ਇੱਥੇ ਆਏ ਸੀ ਉਹ ਕਾਰਜ ਪੂਰੇ ਹੋ ਗਏ ਹਨ। ਚਤੁਰ ਗੁਰਨ ਕੀ ਬਾਣੀ ਪ੍ਰਾਪਤ, ਕਾਰਜ ਕਿਹੜਾ ਸੀ? 4 ਗੁਰੂ ਸਾਹਿਬਾਨਾਂ ਦੀ ਬਾਣੀ ਜਿਹੜੀ ਹੈ ਉਹ ਪ੍ਰਾਪਤ ਹੋਈ। ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਜਿਹੜੇ ਸ਼ਬਦ ਸੀ ਉਹ 2 ਪੋਥੀਆਂ ਦੇ ਵਿੱਚ ਬਾਬਾ ਮੋਹਨ ਜੀ ਦੇ ਪਾਸ ਸਨ। ਤੇ ਗੁਰਦੇਵ ਬਾਬਾ ਮੋਹਰੀ ਜੀ ਨੂੰ ਕਹਿੰਦੇ ਨੇ ਕਿ ਜਿਸ ਕਾਰਜ ਵਾਸਤੇ ਅਸੀਂ ਇੱਥੇ ਆਏ ਸੀ ਉਹ ਕਾਰਜ ਪੂਰਾ ਹੋਇਆ। ਬਾਣੀ ਦੀਆਂ ਪੋਥੀਆਂ ਸਾਨੂੰ ਮਿਲ ਗਈਆਂ ਹਨ। ਸਭ ਕੋ ਘਰ ਹੈ ਏਕ ਸਥਾਨ, ਹੁਣ ਸਾਰੀ ਬਾਣੀ ਅਸੀਂ ਇੱਕ ਥਾਂ ਦੇ ਉੱਤੇ ਇਕੱਤਰ ਕਰਾਂਗੇ। ਜਿਸ ਕੋ ਪੜ੍ਹ ਸੁਨ ਅਰਥ ਵਿਚਾਰਨ, ਜਿਸ ਬਾਣੀ ਨੂੰ ਸਿੱਖ ਪੜ੍ਹ ਸੁਣ ਕੇ ਅਰਥਾਂ ਦੀ ਵਿਚਾਰ ਕਰਨਗੇ। ਹਿਰਦੈ ਵਸਾਏ ਪਾਏ ਕਲਿਆਣ, ਜਿਹੜਾ ਇਸ ਬਾਣੀ ਨੂੰ ਆਪਣੇ ਹਿਰਦੇ 'ਚ ਵਸਾਵੇਗਾ ਉਹਦੀ ਕਲਿਆਣ ਹੋਵੇਗੀ। ਬਾਣੀ ਪੜ੍ਹਨੀ ਸੁਣਨੀ
ਮਹਾਨ ਹੈ। ਭਾਗਾਂ ਵਾਲਿਆਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ, ਕਿਉਂਕਿ ਭਾਗਾਂ ਦੀ ਨਿਸ਼ਾਨੀ ਹੈ ਗੁਰੂ ਚਰਨਾਂ ਵਿੱਚ ਆ ਜਾਣਾ, ਆ ਕੇ ਬੈਠ ਕੇ ਬਾਣੀ ਨੂੰ ਸਰਵਣ ਕਰਨਾ। ਤੇ ਸਭ ਤੋਂ ਵੱਡੇ ਭਾਗ ਉਹਨਾਂ ਦੇ ਜਿਹੜੇ ਗੁਰੂ ਦੇ ਬੋਲਾਂ ਨੂੰ ਕੰਨਾਂ ਨਾਲ ਸੁਣ ਕੇ ਉਹਦੇ ਅਰਥਾਂ ਨੂੰ ਵਿਚਾਰ ਕੇ ਫਿਰ ਆਪਣੇ ਹਿਰਦੇ 'ਚ ਵਸਾ ਲੈਂਦੇ। ਤੇ ਗੁਰਦੇਵ ਕਹਿੰਦੇ ਨੇ ਜਿਹੜਾ ਇਹ ਬਾਣੀ ਨੂੰ ਆਪਣੇ ਹਿਰਦੇ 'ਚ ਵਸਾਏਗਾ ਉਹਦੀ ਕਲਿਆਣ ਹੋਵੇਗੀ, ਉਹਦਾ ਉਧਾਰ ਹੋਵੇਗਾ। ਉਨ ਮਾਤੁਲ ਜੇਸ਼ਟ ਕੋ ਦਰਸ਼ਨ। ਫਿਰ ਇੱਥੇ ਆਉਣ ਦਾ ਵੱਡਾ ਲਾਭ ਸਾਨੂੰ ਮਿਲਿਆ ਹੈ ਕਿ ਵੱਡੇ ਮਾਮੇ ਸਾਡੇ ਲੱਗਦੇ ਨੇ ਬਾਬਾ ਮੋਹਨ ਜੀ। ਪ੍ਰੇਮ ਸੰਗ ਮਲਬੋ ਕਰ ਲੀਨ। ਉਹਨਾਂ ਦੇ ਨਾਲ ਬੜਾ ਪ੍ਰੇਮ ਬਣਿਆ, ਬੜੇ ਪਿਆਰ ਨਾਲ ਉਹ ਸਾਨੂੰ ਮਿਲੇ ਹਨ। ਬਹੁਰ ਕਿਰਪਾ ਕਰ ਮੇਲੇ ਆਪ ਕੋ। ਫਿਰ ਕਿਰਪਾ ਕੀਤੀ ਹੈ, ਤੁਸੀਂ ਵੀ ਸਾਨੂੰ ਪਿਆਰ ਦਿੱਤਾ ਹੈ, ਤੁਹਾਡੇ ਨਾਲ ਵੀ ਮਿਲਾਪ ਹੋਇਆ ਹੈ। ਮਹਾ ਲਾਭ ਹੋਵਾ ਮਨ ਚੀਨਾ। ਇਹ ਅਸੀਂ ਮਨ ਵਿੱਚ ਜਾਣਿਆ ਕਿ ਇੱਥੇ ਆਉਣ ਦਾ ਬਹੁਤ ਵੱਡਾ ਸਾਨੂੰ ਲਾਭ ਮਿਲਿਆ ਹੈ। ਸਗਲ ਕੁਟੰਬ ਅਲੰਬ ਹਮਾਰੂ। ਸਾਡੇ ਸਾਰੇ ਹੀ ਪਰਿਵਾਰ ਦਾ ਅਲੰਬ ਹੁੰਦਾ ਹੈ ਆਸਰਾ, ਸਾਡੇ ਸਾਰਿਆਂ ਦਾ ਆਸਰਾ ਹੋ। ਹਰਖ ਪਰਸ ਪਰ ਦਰਸ਼ਨ ਕੀਨਾ। ਤੇ ਪ੍ਰਸੰਨ ਹੋ ਕਰਕੇ ਤੁਸੀਂ ਸਾਨੂੰ ਦਰਸ਼ਨ ਦਿੱਤੇ ਹਨ। ਦ્વੈ ਸਤਿਗੁਰ ਕੇ ਪੂਜ ਦੇ ਹੋਰੇ। ਨਾਲੇ ਇੱਥੇ ਆਉਣ ਦਾ ਹੋਰ ਵੱਡਾ ਲਾਭ ਮਿਲਿਆ ਕਿ ਦੋਨਾਂ ਸਤਿਗੁਰਾਂ ਦੇ, ਗੁਰੂ ਅਮਰਦਾਸ ਜੀ ਦੇ ਤੇ ਗੁਰੂ ਰਾਮਦਾਸ ਜੀ ਦੇ ਦੇਹੁਰਿਆਂ ਦੇ ਦਰਸ਼ਨ ਹੋਏ ਹਨ। ਮੱਜਨ ਥਾਪੀ ਆਨੰਦ ਦੀਨਾ। ਅਤੇ ਮੱਜਨ ਇਸ਼ਨਾਨ ਕੀਤਾ ਹੈ ਬਾਪੀ ਬੌਲੀ ਦੇ ਵਿੱਚ, ਤੇ ਜਿਹਦੇ ਨਾਲ ਇੱਥੇ ਆਉਣ ਤੇ ਵੱਡਾ ਸਾਨੂੰ ਆਨੰਦ ਪ੍ਰਾਪਤ ਹੋਇਆ। ਇਹ ਵੱਡੇ ਕਾਰਜ ਨੇ। ਜਦੋਂ ਆਪਾਂ ਗੁਰੂ ਅਸਥਾਨਾਂ ਤੇ ਦਰਸ਼ਨ ਕਰਨ ਵਾਸਤੇ ਜਾਂਦੇ ਹਾਂ, ਸਾਧ ਸੰਗਤ ਤੇ ਪ੍ਰੇਮ ਦੇ ਨਾਲ ਅਸਥਾਨ ਨੂੰ ਨਮਸਕਾਰ ਕਰਨੀ, ਪਰਿਕਰਮਾ ਕਰਨੀਆਂ, ਸਰੋਵਰ ਵਿੱਚ ਇਸ਼ਨਾਨ ਕਰਨਾ, ਜੇ ਕਿਤੇ ਗੁਰੂ ਦੀ ਕਿਰਪਾ ਨਾਲ ਸੇਵਾ ਮਿਲ ਜਾਵੇ ਤੇ ਉਹ ਵੀ ਲਾਭ ਲੈ ਲੈਣਾ। ਤੇ ਫਿਰ ਜਿਹੜੇ ਗੁਰੂ ਸਾਹਿਬਾਨਾਂ ਦੇ ਅਸਥਾਨਾਂ ਦੇ ਨਾਲ ਹੋਰ ਅਸਥਾਨ ਨੇ ਉਹਨਾਂ ਦੇ ਵੀ ਦਰਸ਼ਨ ਕਰਨ ਦਾ ਬੜਾ ਵੱਡਾ ਮਹਾਤਮ ਹੈ, ਜੋ ਸਾਨੂੰ ਇਤਿਹਾਸ ਵਿੱਚ ਮਿਲਦਾ ਹੈ। ਜਿਹੜੀਆਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਉਂਦੀਆਂ ਨੇ, ਉਹਨਾਂ ਬਾਬਤ ਗੁਰਦੇਵ ਨੇ ਹੋਰ ਵੀ ਬਖਸ਼ਿਸ਼ਾਂ ਕੀਤੀਆਂ ਕਿ ਨਾਲ ਸੰਗਤ ਜੀ ਬਾਬਾ ਟਲ ਰਾਏ ਜੀ ਦਾ ਸਥਾਨ ਹੈ, ਇਹਦੇ ਪ੍ਰਤੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤੇ ਸੀ। ਬਾਬਾ ਟਲ ਰਾਏ ਜੀ ਪ੍ਰਥਾਏ ਕਿ ਤੁਸੀਂ ਨਗਰ ਦੇ ਕੋਤਵਾਲ ਹੋ, ਤੇ ਪਹਿਲਾਂ ਨਹੀਂ ਸੀ ਇੰਨੇ ਪ੍ਰਗਟ, ਪਰ ਹੁਣ ਤੁਸੀਂ ਆਪਣਾ ਸਰੀਰ ਸਾਡੇ ਬਚਨਾਂ ਨਾਲ ਛੱਡ ਦਿੱਤਾ। ਇਸ ਲਈ ਜਿਹੜਾ ਵੀ ਹਰਿਮੰਦਰ ਸਾਹਿਬ ਦਰਸ਼ਨਾਂ ਨੂੰ ਆਵੇਗਾ ਉਹ ਬਾਬਾ ਟਲ ਰਾਏ ਸਾਹਿਬ ਦਰਸ਼ਨ ਜ਼ਰੂਰ ਕਰੇ। ਤੇ ਹੋਰ ਸੰਗਤ ਜੀ ਅਸਥਾਨ ਨੇ ਨੇੜੇ, ਭਾਈ ਸ਼ਾਲੋ ਜੀ ਦਾ ਟੋਭਾ ਹੈ, ਤੇ ਇਸੇ ਤਰ੍ਹਾਂ ਗੁਰੂ ਕੇ ਮਹਿਲ ਸੰਤੋਖਸਰ ਸਾਹਿਬ ਜਿਹੜਾ ਸਰੋਵਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ, ਗੁਰੂ ਰਾਮਦਾਸ ਮਹਾਰਾਜ ਜੀ ਨੇ ਵਸਾਇਆ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਰੋਵਰ ਪਹਿਲਾ ਮੁਕੰਮਲ ਜਿਹੜਾ ਸੀ ਉਹ ਸੰਤੋਖਸਰ ਸਾਹਿਬ ਵਾਲਾ ਕੀਤਾ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ 5 ਸਰੋਵਰ ਨੇ, 5 ਦੀ ਮਹਾਨਤਾ ਹੈ। ਇਹਨਾਂ ਸਥਾਨਾਂ ਦੀ ਮਹਾਨਤਾ ਉਦੋਂ ਪਤਾ ਲੱਗਦੀ ਜਦੋਂ ਸਿੱਖ ਭਾਵਨਾ ਦੇ ਨਾਲ ਉਹਨਾਂ ਸਥਾਨਾਂ ਦੇ ਦਰਸ਼ਨ ਕਰਦਾ ਹੈ। ਜਿਸ ਤਰ੍ਹਾਂ ਸਤਿਗੁਰੂ ਆਪ ਗੋਇੰਦਵਾਲ ਸਾਹਿਬ ਗਏ ਨੇ, ਕਾਰਜ ਤੇ ਵੱਡਾ ਸੀ ਪੋਥੀਆਂ ਲਿਆਉਣੀਆਂ, ਪਰ ਕਿੰਨੇ ਪ੍ਰੇਮ ਨਾਲ ਸਤਿਗੁਰਾਂ ਨੇ ਬੌਲੀ ਸਾਹਿਬ 'ਚ ਇਸ਼ਨਾਨ ਕੀਤਾ। ਫਿਰ ਸਤਿਗੁਰੂ ਜੀ ਨੇ ਗੁਰੂ ਅਮਰਦਾਸ ਮਹਾਰਾਜ ਦਾ ਚੁਬਾਰਾ ਸਾਹਿਬ ਹੈ, ਜਿੱਥੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਲੰਮਾ ਸਮਾਂ ਬਿਰਧ ਅਵਸਥਾ ਦੇ ਵਿੱਚ ਭਗਤੀ ਕਰਦੇ ਰਹੇ। ਕਿਉਂਕਿ ਜਦੋਂ ਆਪਾਂ ਉਹਨਾਂ ਸਥਾਨਾਂ ਦੇ ਦਰਸ਼ਨ ਕਰਦੇ ਹਾਂ ਨਾ, ਤੇ ਫਿਰ ਗੁਰੂ ਸਾਹਿਬ ਨੇ ਜਿਹੜੀਆਂ ਬਖਸ਼ਿਸ਼ਾਂ ਉੱਥੇ ਵਰਤਾਈਆਂ ਹੁੰਦੀਆਂ ਨੇ, ਉਹ ਬਖਸ਼ਿਸ਼ਾਂ ਗੁਰੂ ਦੀਆਂ ਹਿਰਦੇ ਵਿੱਚ ਵਸਦੀਆਂ ਨੇ। ਉਹਨਾਂ ਅਸਥਾਨਾਂ ਤੋਂ ਮਨ ਨੂੰ ਸਿੱਖਿਆ ਮਿਲਦੀ ਕਿ ਸਾਡੇ ਗੁਰੂ ਸਾਹਿਬ ਨੇ ਇੱਥੇ ਬਖਸ਼ਿਸ਼ਾਂ ਵਰਤਾਈਆਂ। ਜਿਸ ਤਰ੍ਹਾਂ ਆ ਪਰਿਕਰਮਾ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੀ ਬੇਰ ਹੈ, ਇੱਥੋਂ ਇਹ ਸਿੱਖਿਆ ਮਿਲਦੀ ਹੈ ਕਿ ਬਾਬਾ ਬੁੱਢਾ ਸਾਹਿਬ ਪੂਰਨ ਬ੍ਰਹਮ ਗਿਆਨੀ ਆਪ ਗੁਰੂ ਕੇ ਅਸਥਾਨਾਂ ਦੀ ਕਿਸ ਤਰ੍ਹਾਂ ਸੇਵਾਵਾਂ ਕਰਾਉਂਦੇ ਰਹੇ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪ ਕਹਿੰਦੇ ਨੇ ਬਾਬਾ ਮੋਹਰੀ ਜੀ ਨੂੰ ਕਿ ਇੱਥੇ ਅਸੀਂ ਆਏ ਹਾਂ, ਕਾਰਜ ਤੇ ਸਾਡਾ ਸੀ ਪੋਥੀਆਂ ਲੈਣ ਦਾ, ਪਰ ਬੌਲੀ ਸਾਹਿਬ 'ਤੇ ਇਸ਼ਨਾਨ ਕਰਨਾ ਸਾਨੂੰ ਆਨੰਦ ਪ੍ਰਾਪਤ ਹੋਇਆ। ਗੁਰੂ ਸਾਹਿਬਾਨਾਂ ਦੇ ਦੇਹੁਰਿਆਂ ਦੇ ਦਰਸ਼ਨ ਹੋਏ ਹਨ, ਤੇ ਇਹਦੇ ਨਾਲ ਸਾਡੇ ਮਨ ਨੂੰ ਬੜਾ ਸਕੂਨ ਮਿਲਿਆ, ਆਨੰਦ ਮਿਲਿਆ ਹੈ। ਸੁਣਤ ਮੋਹਰੀ ਜੁਗ ਕਰ ਜੋਰੇ। ਇਹ ਬਚਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸੁਣ ਕੇ ਬਾਬਾ ਮੋਹਰੀ ਜੀ ਨੇ ਦੋਵੇਂ ਹੱਥ ਸਤਿਗੁਰਾਂ ਕੇ ਜੋੜੇ ਹਨ। ਗੁਰਤਾ ਗਾਦੀ ਪਰਥ ਤੇ ਆਪ। ਕਹਿਣ ਲੱਗੇ ਸਤਿਗੁਰੂ ਜੀ, ਗੁਰਤਾ ਗੱਦੀ ਦੇ ਉੱਤੇ ਤੁਸੀਂ ਆਪ ਬਿਰਾਜਮਾਨ ਹੋ, ਜਾਤੇ ਤੁਮ ਸਭ ਤੇ ਹੋ ਦੀਰਗ। ਇਸ ਲਈ ਤੁਸੀਂ ਸਭ ਤੋਂ ਵੱਡੇ ਹੋ, ਸਾਰਿਆਂ ਤੋਂ ਮਹਾਨ ਹੋ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਜਿੱਥੇ ਬਿਰਾਜਮਾਨ ਹੈ, ਸਿੱਖ ਲਈ ਉਹ ਮਹਾਨਤਾ ਦੇ ਯੋਗ ਹੈ, ਉਹ ਅਸਥਾਨ ਪੂਜਣ ਯੋਗ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ
ਗੁਰੂ ਸਾਹਿਬਾਨ ਦੀ ਜੋਤ ਹੈ ਤੇ ਇਸ ਲਈ ਸਾਰੀ ਸਿੱਖ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਨਾਨਕ ਸਾਹਿਬ ਦਾ ਦਸਾਂ ਸਰੂਪਾਂ ਦਾ, ਮਹਾਰਾਜ ਜੀ ਦੀ ਜੋਤ ਜਾਣ ਕੇ ਨਮਸਕਾਰ ਕਰਦੀ। ਬਾਬਾ ਮੋਹਰੀ ਜੀ ਨੇ ਕਿਹਾ, ਮਹਾਰਾਜ ਤੁਹਾਡੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਹੈ, ਇਸ ਲਈ ਗੁਰਤਾ ਗੱਦੀ ਦੇ ਮਾਲਕ ਹੋ ਤੁਸੀਂ ਸਭ ਤੋਂ ਵੱਡੇ ਹੋ। ਵੰਦਣੀਏ ਵੱਡ ਦਿਪੈ ਪ੍ਰਤਾਪ। ਆਪ ਜੀ ਦਾ ਵੱਡਾ ਪ੍ਰਕਾਸ਼ ਹੋ ਰਿਹਾ ਹੈ, ਇਸ ਲਈ ਆਪ ਜੀ ਸਾਰਿਆਂ ਦੇ ਨਮਸਕਾਰ ਕਰਨ ਯੋਗ ਹੋ। ਹੇਠਾਂ ਬਾਸ ਕਰੋ ਸੁਖ ਪਾਵੋ। ਆਪ ਜੀ ਕਿਰਪਾ ਕਰੋ, ਕੁਝ ਸਮਾਂ ਇੱਥੇ ਹੋਰ ਸੁਖ ਦੇ ਸਹਿਤ ਨਿਵਾਸ ਰੱਖੋ। ਹਮ ਦਰਸੈ ਗਣ ਦੁਖਣ ਖਾਪ। ਅਸੀਂ ਤੁਹਾਡੇ ਦਰਸ਼ਨ ਕਰੀਏ ਤੇ ਤੁਹਾਡੇ ਦਰਸ਼ਨਾਂ ਦੇ ਨਾਲ ਸਾਡੇ ਦੁੱਖ ਦੂਰ ਹੁੰਦੇ ਹਨ। ਸੰਗਤ ਆਏ ਉਪਾਇ ਨਿਰਪੈ। ਮਹਾਰਾਜ ਵੱਡੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਇੱਥੇ ਆਉਣਗੀਆਂ, ਆਪ ਜੀ ਦੇ ਚਰਨਾਂ ਦੇ ਵਿੱਚ ਭੇਟਾਵਾਂ ਰੱਖਣਗੀਆਂ। ਸਭ ਦੇਸ਼ਨ ਕੀ ਮਿਲਹਿ ਕਲਾਪ। ਸਾਰੀ ਸੰਗਤ ਦੇਸ਼ਾਂ ਦੀ ਮਿਲ ਕੇ ਇੱਥੇ ਆਵੇਗੀ, ਕਿਉਂਕਿ ਸੰਗਤ ਤਾਂ ਉੱਥੇ ਆਉਂਦੀ ਹੈ ਜਿੱਥੇ ਗੁਰੂ ਜੋਤ ਬਿਰਾਜਮਾਨ ਹੋਵੇ। ਤੇ ਆਪ ਜੀ ਇੱਥੇ ਕੁਝ ਸਮਾਂ ਨਿਵਾਸ ਰੱਖੋ। ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਤੁਹਾਡੇ ਦਰਸ਼ਨਾਂ ਨੂੰ ਆਉਣਗੀਆਂ। ਸ੍ਰੀ ਅਰਜਨ ਕਹਿ ਮਾਤੁਲ ਜੀ। ਇਹ ਗੱਲ ਸੁਣ ਕੇ ਬਾਬਾ ਮੋਹਰੀ ਜੀ ਦੀ ਤੇ ਗੁਰਦੇਵ ਕਹਿਣ ਲੱਗੇ, ਮਾਮਾ ਜੀ ਸੁਣੋ, ਸੁਨ ਹਮ ਤੁਮਰੀ ਆਇਸ ਅਨੁਸਾਰ। ਸਾਡੀ ਬੇਨਤੀ ਸੁਣੋ, ਅਸੀਂ ਹਮੇਸ਼ਾ ਤੁਹਾਡੀ ਆਗਿਆ ਵਿੱਚ ਹਾਂ। ਇਕ ਪ੍ਰੰਦ ਕਾਰਨ ਲਖ ਲੀਜੈ। ਪਰ ਇੱਕ ਕਾਰਨ ਹੈ, ਉਹ ਆਪਣੇ ਮਨ ਵਿੱਚ ਜਾਣ ਲਓ। ਬਿਰਧ ਗੁਰੂ ਜੋ ਪਿਤਾ ਤੁਮਾਰ। ਜੋ ਆਪ ਜੀ ਦੇ ਪਿਤਾ ਜੀ ਗੁਰੂ ਅਮਰਦਾਸ ਜੀ ਸਾਡੇ ਵੱਡੇ ਸਤਿਗੁਰੂ, ਹਮਰੇ ਪਿਤਾ ਕੋ ਆਗਿਆ ਦੀਨਸ। ਗੁਰੂ ਅਮਰਦਾਸ ਜੀ ਨੇ ਸਾਡੇ ਪਿਤਾ ਗੁਰੂ ਰਾਮਦਾਸ ਜੀ ਨੂੰ ਇਹ ਆਗਿਆ ਕੀਤੀ ਸੀ ਸਰ ਕੀ ਜਾਏ ਕਰਾਵੋ ਕਾਰ। ਕਿ ਆਪ ਜੀ ਜਾਓ ਤੇ ਅੰਮ੍ਰਿਤ ਸਰੋਵਰ ਦੀ ਕਾਰ ਕਰਾਓ। ਇਹ ਸਰੋਵਰ ਆਪ ਤਿਆਰ ਕਰਾਵੋ। ਅੰਦਰ ਹਰ ਮੰਦਰ ਰਚ ਸੁੰਦਰ। ਇਸ ਸਰੋਵਰ ਦੇ ਅੰਦਰ ਹਰਮੰਦਰ ਸਾਹਿਬ ਦੀ ਸੋਹਣੀ ਇਮਾਰਤ ਦੀ ਰਚਨਾ ਕਰਨੀ। ਸਾਧ ਸੰਗਤ, ਇਹ ਹੁਕਮ, ਇਹ ਆਗਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੋਢੀ ਸੁਲਤਾਨ ਪਿਤਾ ਗੁਰੂ ਰਾਮਦਾਸ ਜੀ ਦੇ ਤਾਈਂ ਕੀਤੀ ਸੀ ਕਿ ਆਪ ਜੀ ਜਾਓ, ਇਹ ਜਗ੍ਹਾ ਮੁੱਲ ਖਰੀਦੀ ਸਤਿਗੁਰਾਂ ਨੇ ਇੱਥੇ ਆ ਕੇ। ਭਾਵੇਂ ਅੱਜ ਲੋਕ ਆ ਨੇੜੇ ਜਿਹੜੀ ਜਗ੍ਹਾ ਹੈ ਸਥਾਨ ਦੀ, ਇਹਦੇ ਉੱਤੇ ਮੱਲ ਮਾਰ ਕੇ ਕਹਿਣ ਕਿ ਜੀ ਅਸੀਂ ਦਾਅਵੇਦਾਰ, ਕੁਝ ਜਗ੍ਹਾ ਹਕੂਮਤਾਂ ਹੀ ਆਪਣੇ ਅਧੀਨ ਕਰੀ ਬੈਠੀਆਂ ਨੇ। ਪਰ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਸਾਰਾ ਇਲਾਕਾ, ਸਾਰੀ ਜ਼ਮੀਨ ਅੰਮ੍ਰਿਤਸਰ ਦੀ ਸਤਿਗੁਰਾਂ ਨੇ ਮੁੱਲ ਖਰੀਦੀ ਤੇ 52 ਕਿੱਤਿਆਂ ਵਾਲੇ ਲੋਕ ਜਿਹੜੇ ਸੀ ਸਤਿਗੁਰਾਂ ਨੇ ਇੱਥੇ ਲਿਆ ਕੇ ਬਿਠਾਏ ਸਨ ਵਪਾਰ ਕਰਨ ਦੇ ਲਈ। ਤੇ ਅੱਜ ਵੀ ਉਹ ਜਿਹੜੇ ਵਪਾਰੀ ਹਨ ਇੱਥੇ ਬੈਠੇ ਨੇ, ਉਹਨਾਂ ਦੇ ਵੱਡੇ ਵਡੇਰੇ ਗੁਰੂ ਸਾਹਿਬ ਜੀ ਨੇ ਆਪ ਲਿਆ ਕੇ ਉਹਨਾਂ ਨੂੰ ਬਿਠਾਇਆ। ਭਾਈ ਸ਼ਾਲੋ ਜੀ, ਭਾਈ ਮੰਝ ਜੀ, ਇਹਨਾਂ ਗੁਰਸਿੱਖਾਂ ਨੇ ਉਹਨਾਂ ਵਪਾਰੀਆਂ ਨੂੰ ਇੱਥੇ ਲਿਆ ਕੇ ਕਿਹਾ ਸੀ ਕਿ ਤੁਸੀਂ ਇੱਥੇ ਵਪਾਰ ਕਰੋ, ਰਹੋ ਵਿਚਾਰ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਬਾਬਾ ਮੋਹਰੀ ਜੀ ਨੂੰ ਕਿ ਤੁਹਾਡੇ ਪਿਤਾ ਗੁਰੂ ਅਮਰਦਾਸ ਜੀ ਦੀ ਆਗਿਆ ਸਦਕਾ ਸਾਡੇ ਪਿਤਾ ਗੁਰੂ ਰਾਮਦਾਸ ਜੀ ਨੇ ਇਹ ਸਰੋਵਰ ਤਿਆਰ ਕਰਵਾਇਆ। ਤੇ ਫਿਰ ਆਗਿਆ ਕੀਤੀ ਸੀ ਗੁਰੂ ਅਮਰਦਾਸ ਜੀ ਨੇ ਕਿ ਤੁਸੀਂ ਸਰੋਵਰ ਦੇ ਵਿੱਚ ਹਰਮੰਦਰ ਸਾਹਿਬ ਤਿਆਰ ਕਰਾਉਣਾ ਹੈ। ਸਾਧ ਸੰਗਤ, ਤੇ ਇਹ ਬੈਠਣ ਵਾਲਾ ਸਥਾਨ ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਹੀ ਤਿਆਰ ਹੋਇਆ, ਜਿਹਦਾ ਜ਼ਿਕਰ ਆਪਾਂ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਪੜ੍ਹਦੇ ਹਾਂ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਪੂਰਨ ਤਾਲ ਤੋਂ ਭਾਵ ਸਰੋਵਰ ਸਤਿਗੁਰਾਂ ਨੇ ਇਹ ਆਪ ਆਰੰਭਿਆ। ਤੇ ਫਿਰ ਵਿੱਚ ਕੋਈ ਐਸਾ ਸਥਾਨ ਸੀ ਨਾ ਜਿਹਦੇ ਬਾਰੇ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਗੁਰੂ ਰਾਮਦਾਸ ਮਹਾਰਾਜ ਇੱਥੇ ਬੈਠ ਕੇ ਆਈਆਂ ਸੰਗਤਾਂ ਦੇ ਤਾਈਂ ਉਪਦੇਸ਼ ਦਿੰਦੇ ਤੇ ਆਪ ਸਤਿਗੁਰੂ ਜੀ ਸਰੋਵਰ ਦੀ ਕਾਰ ਕਰਾਉਂਦੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਕਿ ਗੁਰੂ ਅਮਰਦਾਸ ਜੀ ਦਾ ਹੁਕਮ ਹੋਇਆ ਸੀ, ਉਹਨਾਂ ਦੇ ਹੁਕਮ ਸਦਕਾ ਇਹ ਜਗ੍ਹਾ ਮੁੱਲ ਖਰੀਦੀ, ਫਿਰ ਸਰੋਵਰ ਦਾ ਟੱਕ ਹੱਥੀਂ ਲਾਇਆ। ਫਿਰ ਹੁਕਮ ਗੁਰਦੇਵ ਨੇ ਕੀਤਾ ਸੀ ਕਿ ਸਰੋਵਰ ਦੇ ਵਿੱਚ ਇਹ ਹਰਮੰਦਰ ਸਾਹਿਬ ਦੀ ਇਮਾਰਤ ਬਣਾਉਣੀ ਹੈ। ਸੇਵ ਸੰਭਾਰੋ ਸਰਬ ਪ੍ਰਕਾਰ। ਹਰ ਤਰ੍ਹਾਂ ਦੀ ਸੇਵਾ ਸੰਭਾਲਣ ਦਾ ਹੁਕਮ ਕੀਤਾ ਸੀ। ਬਿਰਧ ਗੁਰੂ ਕੇ ਹਮ ਸਭ ਸੇਵਕ। ਅਸੀਂ ਸਾਰੇ ਤੁਹਾਡੇ ਸਮੇਤ ਵੱਡੇ ਸਤਿਗੁਰਾਂ ਦੇ ਸੇਵਕ ਹਾਂ। ਕਰ ਨਾ ਸਕੈ ਤਿਨ ਆਗਿਆ ਭੰਗ। ਉਹਨਾਂ ਸਤਿਗੁਰਾਂ ਦੀ ਆਗਿਆ ਕਿਸ ਤਰ੍ਹਾਂ ਅਸੀਂ ਮੋੜ ਸਕਦੇ ਹਾਂ। ਪਿਤ ਪਾਛੇ ਹਮ ਟਹਿਲ ਸੰਭਾਰੀ। ਪਿਤਾ ਗੁਰੂ ਰਾਮਦਾਸ ਜੀ ਤੋਂ ਬਾਅਦ ਇਹ ਸੇਵਾ ਸਾਡੇ ਹਿੱਸੇ ਆਈ ਹੈ। ਕਰਤ ਸੁਧਾਸਰ ਕੀ ਹਿਤ ਸੰਗ। ਅਸੀਂ ਪ੍ਰੇਮ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਰਸਾਈ ਹੋਈ ਨਗਰੀ
ਵਰੋਸਾਇਆ ਹੋਇਆ ਸਥਾਨ ਇਹਦੀ ਸੇਵਾ ਕਰਾ ਰਹੇ ਹਾਂ। ਜਾਂ ਤੇ ਬਸ ਉਚਿਤ ਹੈ ਇਹ ਤਿਹ ਠਾਂ। ਇਸ ਲਈ ਉਸ ਜਗ੍ਹਾ ਜਾ ਕੇ ਰਹਿਣਾ ਸਾਡੇ ਲਈ ਸਹੀ ਹੈ। ਮਾਨ ਗੁਰੂ ਕੇ ਬਾਕ ਨਿਸੰਗ। ਅਸੀਂ ਤਾਂ ਸ਼ੰਕੇ ਤੋਂ ਰਹਿਤ ਹੋ ਕੇ ਵੱਡੇ ਗੁਰੂ ਸਾਹਿਬਾਨਾਂ ਦੇ ਬਚਨ ਕਮਾ ਰਹੇ ਹਾਂ। ਇਹ ਠਾਂ ਉਹ ਠਾਂ ਭੇਦ ਨਾ ਕੋ। ਭਾਵੇਂ ਇੱਥੇ ਰਹੀਏ ਭਾਵੇਂ ਉੱਥੇ ਰਹੀਏ, ਭਾਵੇਂ ਗੋਇੰਦਵਾਲ ਸਾਹਿਬ ਭਾਵੇਂ ਅੰਮ੍ਰਿਤਸਰ ਰਹੀਏ, ਇਹਨਾਂ ਸਥਾਨਾਂ ਵਿੱਚ ਕੋਈ ਭੇਦ ਨਹੀਂ ਹੈ। ਦੋਨੋਂ ਗੁਰ ਸਥਾਨ ਇੱਕ ਰੰਗ। ਇਹ ਦੋਨੇ ਗੁਰੂ ਸਾਹਿਬਾਨਾਂ ਦੇ ਅਸਥਾਨ ਇੱਕੋ ਗੁਰੂ ਸਾਹਿਬਾਨਾਂ ਦੇ ਅਸਥਾਨ ਨੇ। ਜੇ ਗੋਇੰਦਵਾਲ ਨਗਰ ਵਸਾਇਆ ਉਹ ਗੁਰੂ ਅਮਰਦਾਸ ਜੀ ਨੇ ਵਸਾਇਆ, ਤੇ ਜੇ ਅੰਮ੍ਰਿਤਸਰ ਵਸਾਉਣ ਦੀ ਆਗਿਆ ਕੀਤੀ ਹੈ ਅੰਮ੍ਰਿਤ ਸਰੋਵਰ ਹਰਮੰਦਰ ਸਾਹਿਬ, ਇਹ ਗੁਰੂ ਅਮਰਦਾਸ ਜੀ ਦੀ ਆਗਿਆ ਹੋਈ ਹੈ। ਸਾਧ ਸੰਗਤ ਪਹਿਲਾ ਜੇ ਕੇਂਦਰੀ ਅਸਥਾਨ ਸਥਾਪਿਤ ਕੀਤਾ, ਤੀਰਥ ਸਥਾਨ ਬਣਾਇਆ, ਤੇ ਉਹ ਗੋਇੰਦਵਾਲ ਸਾਹਿਬ ਜਿਹੜਾ ਸੀ ਉਹ ਗੁਰੂ ਅਮਰਦਾਸ ਜੀ ਨੇ ਬਣਾਇਆ। ਕਿਉਂਕਿ ਬਹੁਤਾਤ ਜਿਹੜੇ ਭਾਰਤ ਦੇ ਨਿਵਾਸੀ ਸਨ ਇਹ ਤੀਰਥਾਂ ਦੇ ਇਸ਼ਨਾਨ ਦੀ ਵੱਡੀ ਮਹਾਨਤਾ ਜਾਣਦੇ ਸੀ। ਇਸ ਲਈ ਭਾਈ ਪਾਰੋ ਜੁਲਕਾ ਜੀ ਹੋਰ ਗੁਰਸਿੱਖਾਂ ਦੀ ਬੇਨਤੀ ਕਰਨ ਤੇ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਬਿਆਸਾ ਦਰਿਆ ਦੇ ਕੰਢੇ ਤੇ ਬੌਲੀ ਸਾਹਿਬ ਦਾ ਪਾਵਨ ਤੀਰਥ ਰਚਿਆ। ਸਾਧ ਸੰਗਤ ਪਹਿਲੀ ਮੱਸਿਆ ਜਿਹੜੀ ਸੀ ਉਥੇ ਸੰਗਤ ਦੀ ਭਰੀ, ਤੇ ਉਥੇ ਬੌਲੀ ਸਾਹਿਬ ਦੇ ਵਿੱਚ ਸੰਗਤਾਂ ਨੇ ਆ ਕੇ ਇਸ਼ਨਾਨ ਕੀਤਾ ਹੈ। ਇਸ ਲਈ ਉਹਨਾਂ ਸਮਿਆਂ ਦੇ ਵਿੱਚ ਮੱਸਿਆ ਦੇ ਦਿਹਾੜੇ, ਸੰਗਰਾਂਦ ਦੇ ਦਿਹਾੜੇ, ਪੰਚਮੀ ਦੇ ਦਿਹਾੜੇ ਸੰਗਤ ਨੂੰ ਯਾਦ ਰਹਿੰਦੇ ਸੀ, ਤੇ ਬਹੁਤਾਤ ਦੂਰੋਂ ਸੰਗਤਾਂ ਆਉਂਦੀਆਂ। ਵੱਡੀ ਗਿਣਤੀ ਵਿੱਚ ਇਹਨਾਂ ਦਿਨਾਂ ਦੇ ਵਿੱਚ ਸੰਗਤ ਦਾ ਇਕੱਠ ਹੁੰਦਾ, ਜੋੜ ਮੇਲਾ ਭਰਦਾ। ਅੱਜ ਵੀ ਸੰਗਤਾਂ ਆਪਾਂ ਦੇਖਦੇ ਹਾਂ ਇਹਨਾਂ ਦਿਹਾੜਿਆਂ ਤੇ ਭਾਰੀ ਇਕੱਠ ਗੁਰੂ ਘਰ ਦੇ ਵਿੱਚ ਹੁੰਦਾ ਹੈ। ਇਹਦਾ ਭਾਵ ਇਹ ਵੀ ਨਹੀਂ ਕਿ ਆਪਾਂ ਮਹੀਨੇ ਬਾਅਦ ਹੀ ਆਉਣਾ ਹੈ, ਪਰ ਜਿਹੜੀਆਂ ਦੂਰੋਂ ਸੰਗਤਾਂ ਗੁਰੂ ਸਥਾਨਾਂ ਤੇ ਚੱਲ ਕੇ ਆਉਂਦੀਆਂ ਸੀ ਉਹਨਾਂ ਨੇ ਇਹ ਦਿਨ ਮਿੱਥੇ ਹੁੰਦੇ ਸੀ। ਇਸ ਲਈ ਸਿੱਖਾਂ ਦੇ ਵਿੱਚ ਵੀ ਇਹ ਪਰੰਪਰਾ ਜਿਹੜੀ ਉਹ ਚੱਲਦੀ ਆ ਰਹੀ। ਤੇ ਗੁਰੂ ਘਰ ਜਿਹੜਾ ਚੱਲ ਕੇ ਆਵੇ ਇਹਦੇ ਵਿੱਚ ਮਾੜਾ ਕੀ ਹੈ? ਇਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਭਾਵੇਂ ਗੋਇੰਦਵਾਲ ਸਥਾਨ ਹੈ ਤੇ ਭਾਵੇਂ ਅੰਮ੍ਰਿਤਸਰ ਸਥਾਨ ਹੈ, ਇਹ ਦੋਨੋਂ ਸਥਾਨ ਗੁਰੂ ਸਾਹਿਬ ਜੀ ਦੇ ਆਪਣੇ ਨੇ। ਉੱਥੇ ਰਹੀਏ ਇੱਥੇ ਰਹੀਏ ਇਹਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਆਗੇ ਜਿਮ ਆਗਿਆ ਹੋਏ ਤੁਮਾਰੀ। ਅੱਗੇ ਮਾਮਾ ਜੀ ਜਿਸ ਤਰ੍ਹਾਂ ਤੁਸੀਂ ਮੈਨੂੰ ਆਗਿਆ ਕਰੋ, ਗੁਰੂ ਅਰਜਨ ਦੇਵ ਸਾਹਿਬ ਬਾਬਾ ਮੋਹਰੀ ਜੀ ਨੂੰ ਕਹਿੰਦੇ ਨੇ ਅੱਗੇ ਜਿਸ ਤਰ੍ਹਾਂ ਤੁਹਾਡੀ ਆਗਿਆ ਹੋਵੇ ਅਸੀਂ ਤੁਹਾਡੀ ਆਗਿਆ ਵਿੱਚ ਚੱਲਾਂਗੇ। ਤਿਮ ਹਮ ਕਰ ਹੈ ਹਰਖ ਉਪਾਏ। ਅਸੀਂ ਪ੍ਰਸੰਨ ਹੋ ਕੇ ਉਹ ਕੰਮ ਕਰਾਂਗੇ ਜਿਹੜਾ ਕੰਮ ਕਰਨ ਦੀ ਤੁਸੀਂ ਆਗਿਆ ਦਿਓਗੇ। ਸੁਣਤ ਮੋਹਰੀ ਲਖੀ ਸੁਨੀਕੇ। ਸੁਣ ਕੇ ਗੁਰੂ ਸਾਹਿਬ ਜੀ ਦੇ ਬਚਨ ਬਾਬਾ ਮੋਹਰੀ ਜੀ ਨੇ ਚੰਗਾ ਜਾਣਿਆ। ਜਥਾ ਜੋਗ ਤੁਮ ਕਹੀ ਬਨਾਏ। ਕਹਿਣ ਲੱਗੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਇਹ ਗੱਲ ਵੀ ਸਹੀ ਹੈ, ਤਦਪ ਜਾਮਨ ਤੀਨ ਬਸੀਜਾ। ਪਰ ਫਿਰ ਵੀ ਮੇਰਾ ਇਹ ਬਚਨ ਜਾਂ ਬੇਨਤੀ ਮੰਨ ਲਓ ਕਿ 3 ਕੁ ਪਹਿਰ ਆਪ ਜੀ ਹੋਰ ਰੁਕ ਜਾਵੋ। ਦਰਸੈ ਦੇਹੋ ਦਰਸ਼ਨ ਸਮੁਦਾਏ। ਆਪ ਜੀ ਇੱਥੇ ਆਈਆਂ ਸੰਗਤਾਂ ਨੂੰ ਦਰਸ਼ਨ ਦੇਵੋ, ਕਿਉਂਕਿ ਕਈ ਐਸੀਆਂ ਸੰਗਤਾਂ ਨੇ ਜਿਹੜੇ ਦੂਰ ਦੁਰਾੜਿਆਂ ਤੋਂ ਸਿੱਖ ਚੱਲ ਕੇ ਗੋਇੰਦਵਾਲ ਸਾਹਿਬ ਆਉਂਦੇ ਸਨ। ਉਹਨਾਂ ਨੂੰ ਗੋਇੰਦਵਾਲ ਸਾਹਿਬ ਨੇੜੇ ਲੱਗਦਾ ਸੀ, ਤੇ ਇੱਥੇ ਆਉਣਾ ਅੰਮ੍ਰਿਤਸਰ ਉਹ ਕੁਝ ਸਮੇਂ ਬਾਅਦ ਹੋਣਾ ਸੀ। ਇਸ ਲਈ ਬਾਬਾ ਮੋਹਰੀ ਜੀ ਕਹਿੰਦੇ ਨੇ ਜਿਹੜੀਆਂ ਸੰਗਤਾਂ ਨੇ ਉਹ ਇੱਥੇ ਹੀ ਤੁਹਾਡੇ ਦਰਸ਼ਨ ਕਰ ਲੈਣ। ਪੁਨ ਪ੍ਰਸਥਾਨੋ ਮਨ ਸੁਖ ਮਾਨੋ। ਫਿਰ ਆਪ ਜੀ ਜਿਸ ਤਰ੍ਹਾਂ ਤੁਹਾਡੇ ਮਨ ਨੂੰ ਚੰਗਾ ਲੱਗੇ ਫਿਰ ਆਪ ਚਲੇ ਜਾਇਓ। ਠਾਨੋ ਸੇਵ ਇਸ਼ਨਾਨੋ ਜਾਏ। ਆਪ ਜੀ ਜਾ ਕੇ ਸੇਵਾ ਕਰਾਵੋ, ਅਤੇ ਇਸ਼ਨਾਨ ਜਿਹੜਾ ਹੈ ਉਹ ਕਰਾਉਣ ਵਾਸਤੇ ਜਿਹੜਾ ਸਰੋਵਰ ਉਹਦੀ ਸੇਵਾ ਸੰਭਾਲੋ। ਮਾਨ ਮੋਹਰੀ ਮਾਤੁਲ ਕੇ ਬਾਚ। ਮਾਮਾ ਬਾਬਾ ਮੋਹਰੀ ਜੀ ਦੇ ਬਚਨ ਮੰਨ ਕੇ ਸ੍ਰੀ ਅਰਜਨ ਪੁਨ ਕੀਨ ਨਿਵਾਸ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣਾ ਨਿਵਾਸ ਜਿਹੜਾ ਹੈ ਉਹ ਗੋਇੰਦਵਾਲ ਰੱਖਿਆ। ਸੇਵਾ ਕੇ ਬਸ ਹੋਇਆ ਕਰ ਬਾਸੇ। ਕਿਉਂਕਿ ਸਤਿਗੁਰੂ ਜੀ ਸੇਵਕ ਦੇ ਵਸੀਕਾਰ ਹਨ, ਤੇ ਬਾਬਾ ਮੋਹਰੀ ਜੀ ਕੱਲਾ ਰਿਸ਼ਤੇ ਨਾਤੇ ਹੀ ਨਹੀਂ ਕਹਿ ਰਹੇ। ਬਾਬਾ ਮੋਹਰੀ ਜੀ ਉਹ ਮਹਾਨ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਪੁੱਤਰ ਨੇ। ਮਹਾਨ ਉਹ ਰੂਹ ਹੈ ਜਿਹਨੇ ਗੁਰੂ ਅਮਰਦਾਸ ਜੀ ਦੇ ਇੱਕ ਵਾਰ ਕਹਿਣ ਤੇ ਹੀ ਉੱਠ ਕੇ ਗੁਰੂ ਰਾਮਦਾਸ ਜੀ ਨੂੰ ਗੁਰੂ ਨਾਨਕ ਸਾਹਿਬ ਦਾ ਸਰੂਪ ਜਾਣ ਕੇ ਨਤਮਸਤਕ ਹੋਏ ਸਨ। ਉਹਨਾਂ ਦਾ ਨਾਂ ਬਾਣੀ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ। ਇਸ ਲਈ ਬਾਬਾ ਮੋਹਰੀ ਜੀ ਇਹਨਾਂ ਦੇ ਬਚਨ ਮੰਨ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਉੱਥੇ ਰੁਕੇ ਨੇ, ਕਿਉਂਕਿ ਸਤਿਗੁਰੂ ਸੇਵਕ ਦੇ ਵਸੀਕਾਰ ਹਨ। ਮਿਲ ਸਭ ਬੈਠੇ ਧਰੇ ਹੁਲਾਸ। ਸਾਰੇ ਬੜੇ ਚਿੱਤ ਨੂੰ ਪ੍ਰਸੰਨ ਕਰਕੇ ਖੁਸ਼ ਹੋ ਕੇ ਗੁਰੂ ਸਾਹਿਬ ਜੀ ਦੇ ਕੋਲ ਬੈਠ ਗਏ ਨੇ। ਭਗਤ ਵਿਰਾਗ ਗਿਆਨ ਕੀ ਚਰਚਾ। ਫਿਰ ਸਤਿਗੁਰਾਂ ਕੋਲ ਬੈਠ ਕੇ ਭਗਤੀ, ਵਿਰਾਗ ਅਤੇ ਗਿਆਨ, ਸਾਧ ਸੰਗਤ ਇਹਨਾਂ ਦਾ ਆਪਸੀ ਜਿਹੜਾ ਸਮੁਦਾਇ ਹੈ। ਕਿਉਂਕਿ ਜਿੰਨਾ ਚਿਰ ਅੰਦਰ ਵਿਰਾਗ ਨਹੀਂ ਹੁੰਦਾ ਉਹਨਾਂ ਚਿਰ ਮਨ ਜਿਹੜਾ ਭਗਤੀ ਕਰਨ ਨੂੰ ਚਿੱਤ ਕਰਦਾ ਹੀ ਨਹੀਂ।
ਮਨ ਬੈਰਾਗ ਭਇਆ, ਦਰਸ਼ਨ ਦੇਖਣੇ ਕਾ ਚਾਓ। ਫਿਰ ਭਗਤੀ ਦੇ ਨਾਲ ਹਿਰਦਾ ਗਿਆਨਵਾਨ ਹੋ ਜਾਂਦਾ ਹੈ ਤੇ ਗਿਆਨੀਆਂ ਦੇ ਹਿਰਦੇ ਵਿੱਚ ਹੀ ਤਾਂ ਅਕਾਲ ਪੁਰਖ ਪ੍ਰਮਾਤਮਾ ਆਪ ਆ ਕੇ ਨਿਵਾਸ ਕਰਦੇ ਹਨ। ਇਸ ਲਈ ਭਗਤੀ, ਗਿਆਨ ਅਤੇ ਵਿਰਾਗ ਦੀ ਚਰਚਾ ਸਤਿਗੁਰਾਂ ਦੇ ਦਰਬਾਰ ਵਿੱਚ ਹੁੰਦੀ ਹੈ। ਇੱਥੇ ਆਮ ਲੌਕਿਕ ਗੱਲਾਂ ਨਹੀਂ, ਉਹ ਤੇ ਘਰਾਂ ਦੇ ਵਿੱਚ ਵੀ ਆਪਾਂ ਕਰ ਸੁਣ ਲੈਂਦੇ ਹਾਂ। ਗੁਰੂ ਦੇ ਦਰਬਾਰ ਵਿੱਚ ਪ੍ਰਮਾਤਮਾ ਵਾਹਿਗੁਰੂ ਜੀ ਦੀ ਭਗਤੀ ਦੀ, ਅਕਾਲ ਪੁਰਖ ਦੀ ਪ੍ਰਾਪਤੀ ਦੀ, ਹਿਰਦਾ ਕਿਸ ਤਰ੍ਹਾਂ ਗਿਆਨਵਾਨ ਹੋਵੇ, ਮਨ ਵਿੱਚ ਕਿਸ ਤਰ੍ਹਾਂ ਵਿਰਾਗ ਪੈਦਾ ਹੋਵੇ। ਇੱਕ ਉਹ ਵਿਰਾਗ ਵੀ ਸੀ ਜਿਹੜਾ ਕੰਨ ਪਾਟੇ ਜੋਗੀਆਂ ਨੇ ਦੱਸਿਆ ਕਿ ਘਰ-ਬਾਰ ਤਿਆਗੋ, ਆਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਬਿਪਤਾ ਦੇ ਮਾਰੇ ਹੋਏ ਘਰ ਨੂੰ ਤਿਆਗ ਦਿੱਤਾ ਕਿ ਅਸੀਂ ਵਿਰਾਗੀ ਬਣ ਗਏ, ਭਰਥਰੀ ਜੋਗੀ ਵਰਗੇ। ਪਰ ਭਰਥਰੀ ਜੀ ਨੇ ਪਹਿਲਾ ਸਰੋਗ ਕੀ ਵਿਰਾਗ ਸ਼ਤਕ ਵਿੱਚ ਲਿਖਿਆ ਹੈ, ਕਹਿੰਦੇ ਵਿਰਾਗੀ ਹੋ ਕੇ ਤੁਰਿਆ, ਪਰ ਸਵੇਰੇ ਸਵੇਰੇ ਸੂਰਜ ਦੀ ਕਿਰਨ ਪਈ, ਕਿਸੇ ਨੇ ਪਾਨ ਖਾ ਕੇ ਥੁੱਕਿਆ ਸੀ, ਮਨ ਵਿੱਚ ਫੇਰ ਲਾਲਚ ਆਇਆ ਅਤੇ ਉਸ ਨੂੰ ਲਾਲ ਸਮਝ ਕੇ ਜਦੋਂ ਚੁੱਕਣ ਲੱਗੇ, ਹੱਥ ਪੀਕ ਦੇ ਨਾਲ ਭਰ ਗਿਆ। ਉਸ ਵੇਲੇ ਮਨ ਬੜਾ ਪਛਤਾਵਾ ਕੀਤਾ ਕਿ ਇੰਨੇ ਸੋਹਣੇ ਮਹਿਲ ਤਿਆਗ ਦਿੱਤੇ, ਹੀਰੇ ਜੜਤ ਪਲੰਗ ਤਿਆਗ ਆਇਆ, ਰਾਣੀਆਂ ਦਾ ਤਿਆਗ ਕੀਤਾ, ਪਰ ਮਨਾ ਜਿਹਦਾ ਤਿਆਗ ਕਰਨਾ ਸੀ ਉਹਦਾ ਤਿਆਗ ਤੂੰ ਕਰ ਹੀ ਨਾ ਸਕਿਆ। ਤਿਆਗ ਤਾਂ ਅੰਦਰੋਂ ਬਿਰਤੀ ਨੇ ਕਰਨਾ ਹੈ ਨਾ। ਬਾਹਰੋਂ ਭਾਵੇਂ ਬੰਦਾ ਦਿਖਾਵਾ ਕਰੀ ਜਾਵੇ ਕਿ ਮੈਂ ਬਸਤਰ ਹੀ ਨਾ ਪਾਵਾਂ, ਮੈਂ ਪੈਰਾਂ 'ਚ ਜੋੜਾ ਹੀ ਨਾ ਪਾਵਾਂ, ਪਰ ਗੁਰਦੇਵ ਕਹਿੰਦੇ ਨੇ ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਤ। ਕਿ ਜੇ ਨੰਗਿਆਂ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਤੇ ਫਿਰ ਜੰਗਲ ਦੇ ਪਸ਼ੂ ਪੰਛੀ ਇਹ ਨੰਗੇ ਹੀ ਤੁਰੇ ਫਿਰਦੇ ਨੇ। ਜੇ ਪੈਰੀਂ ਜੋੜਾ ਉਤਾਰਿਆਂ ਰੱਬ ਮਿਲ ਜਾਂਦਾ ਤੇ ਗੁਰੂ ਕਲਗੀਧਰ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ ਕਿ ਬਾਂਦਰਾ ਸਦੀਵ ਪਾਏ ਨਾਂਗੇ ਹੀ ਫਿਰਤ ਹੈ। ਜਿਹੜੇ ਬਾਂਦਰ ਨੇ ਜੰਗਲ ਦੇ ਉਹ ਤਾਂ ਨੰਗੇ ਪੈਰੀ ਹੀ ਜੰਗਲ ਵਿੱਚ ਘੁੰਮਦੇ ਨੇ, ਫਿਰ ਰੱਬ ਪਾ ਲੈਂਦੇ। ਇਸ ਲਈ ਪਖੰਡ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਉਹਦੀ ਪ੍ਰਾਪਤੀ ਤਾਂ ਜੇ ਮਨ ਬੈਰਾਗੀ ਹੋ ਜਾਵੇ, ਸਾਰਾ ਕੁਝ ਹੁੰਦਿਆਂ ਹੋਇਆਂ ਕਿਸੇ ਪਦਾਰਥ ਦੀ ਪਕੜ ਨਹੀਂ ਹੈ। ਇਉਂ ਗੁਰਸਿੱਖ ਦਾ ਜੀਵਨ ਮਹਾਰਾਜ ਜੀ ਨੇ ਦੱਸਿਆ ਹੈ ਕਿ ਇਹ ਘਰ ਵਿੱਚ ਵੀ ਰਹਿੰਦਾ ਹੈ, ਪਰਿਵਾਰ ਵਿੱਚ ਵੀ ਰਹਿੰਦਾ ਹੈ, ਗ੍ਰਸਤੀ ਵੀ ਹੈ, ਦਸਾਂ ਨੋਹਾਂ ਦੀ ਕਿਰਤ ਵੀ ਕਰਦਾ ਹੈ, ਭੱਜਦਾ ਨਹੀਂ ਸੰਸਾਰ ਤੋਂ, ਕਿਉਂਕਿ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਰੱਬ ਦੀ ਪ੍ਰਾਪਤੀ ਤਾਂ ਸੰਸਾਰ ਵਿੱਚ ਰਹਿ ਕੇ ਕਰਨੀ ਸੀ। ਇਸ ਤਰ੍ਹਾਂ ਦਾ ਵਿਰਾਗ ਸਤਿਗੁਰਾਂ ਨੇ ਸਾਨੂੰ ਦਿੱਤਾ ਹੈ ਕਿ ਸਭ ਕੁਝ ਕੋਲ ਹੁੰਦਿਆਂ ਹੋਇਆਂ ਮਨੋਂ ਵਿਰਾਗੀ ਹੋ ਜਾਣਾ, ਮਨ ਦੀ ਕੋਈ ਪਕੜ ਨਾ ਹੋਣੀ ਕਿਸੇ ਵਸਤੂ ਦੀ। ਇਉਂ ਵਿਰਾਗ ਦੀ ਚਰਚਾ, ਭਗਤੀ ਦੀ ਚਰਚਾ ਅਤੇ ਫਿਰ ਹਿਰਦਾ ਕਿਸ ਤਰ੍ਹਾਂ ਗਿਆਨਵਾਨ ਹੁੰਦਾ ਹੈ। ਜਦੋਂ ਮਨ ਵਿਰਾਗੀ ਹੋ ਗਿਆ, ਉਹ ਗਿਆਨੀ ਦਾ ਹਿਰਦਾ ਹੀ ਵਿਰਾਗੀ ਹੁੰਦਾ ਹੈ ਨਾ। ਇਸੇ ਤਰ੍ਹਾਂ ਇਹ ਚਰਚਾ ਗੁਰੂ ਸਾਹਿਬ ਦੇ ਦਰਬਾਰ 'ਚ ਨਿਤ ਚੱਲਦੀ ਹੈ। ਕਰਹਿ ਮਧੁਰ ਸ਼ੁਭ ਬਾਗ ਪ੍ਰਕਾਸ਼। ਸਤਿਗੁਰੂ ਜੀ ਸੋਹਣੇ ਬਚਨਾਂ ਦੇ ਵਿੱਚ, ਮਿੱਠੀ ਬੋਲੀ ਦੇ ਨਾਲ, ਮਿਠਾਸ ਭਰੇ ਬਚਨਾਂ ਦੇ ਨਾਲ ਇਹ ਆਈਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ। ਜਥਾ ਜੋਗ ਉੱਤਰ ਦੇ ਸਭ ਕੋ। ਜਥਾ ਜੋਗ ਸਤਿਗੁਰੂ ਸਾਰਿਆਂ ਨੂੰ ਉੱਤਰ ਦਿੰਦੇ ਨੇ। ਇਹਦਾ ਮਤਲਬ ਕਿ ਸਿੱਖਾਂ ਦੇ ਮਨਾਂ 'ਚ ਕੋਈ ਸ਼ੰਕੇ ਆਉਂਦੇ ਹੋਣਗੇ, ਉਹ ਗੁਰਦੇਵ ਨੂੰ ਪ੍ਰਸ਼ਨ ਕਰਦੇ ਹੋਣਗੇ ਤੇ ਸਤਿਗੁਰੂ ਜੀ ਫਿਰ ਉਹਨਾਂ ਦੇ ਜਥਾ ਜੋਗ ਉੱਤਰ ਦਿੰਦੇ ਸੀ, ਉਹਨਾਂ ਦੇ ਮਨ ਦੇ ਸ਼ੰਕਿਆਂ ਨੂੰ ਦੂਰ ਕਰਦੇ ਹਨ। ਅਨੇਕ ਭਾਂਤ ਕੇ ਮੁਦਤ ਬਿਲਾਸ। ਕਈ ਤਰ੍ਹਾਂ ਦੇ ਮੁਦਤ, ਆਨੰਦਮਈ ਬਿਲਾਸ, ਕੌਤਕ ਜਿਹੜੇ ਉਹ ਕੀਤੇ ਹਨ ਸਤਿਗੁਰਾਂ ਨੇ। ਤੀਨ ਦਿਸ ਸ੍ਰੀ ਅਰਜਨ ਬਸ ਕਰ। 3 ਦਿਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਗੋਇੰਦਵਾਲ ਸਾਹਿਬ ਸਤਿਗੁਰਾਂ ਨੇ ਆਪਣਾ ਨਿਵਾਸ ਰੱਖਿਆ। ਜਥਾ ਜੋਗ ਸਭ ਕੋ ਹਰਿ ਖਾਏ। ਜਥਾ ਜੋਗ ਸਤਿਗੁਰਾਂ ਨੇ ਸਾਰਿਆਂ ਨੂੰ ਪ੍ਰਸੰਨ ਕੀਤਾ ਹੈ। ਉੱਥੇ ਬਾਬਾ ਮੋਹਨ ਜੀ ਖੁਸ਼ ਹੋਏ, ਬਾਬਾ ਮੋਹਰੀ ਜੀ ਖੁਸ਼ ਹੋਏ, ਉਹਨਾਂ ਦਾ ਪਰਿਵਾਰ, ਆਈਆਂ ਸੰਗਤਾਂ, ਕਿਉਂਕਿ ਗੁਰੂ ਸਾਰਿਆਂ ਦੇ ਹਿਰਦੇ ਨੂੰ ਪ੍ਰਸੰਨਤਾ, ਖੁਸ਼ੀ ਦਿੰਦੇ ਨੇ। ਗੁਰੂ ਦਰਬਾਰ ਵਿੱਚ ਆਉਣ ਦੇ ਨਾਲ ਤੇ ਹਿਰਦਾ ਆਨੰਦ ਨਾਲ ਭਰ ਜਾਂਦਾ ਹੈ ਨਾ। ਤੇ ਜੇ ਫਿਰ ਵੀ ਮਨ ਦੁਖੀ ਰਹੇ, ਮਨ ਅੰਦਰ ਅਗਨੀ, ਵਿਕਾਰਾਂ ਦੀ ਅੱਗ, ਤ੍ਰਿਸ਼ਨਾ ਦੀ ਅੱਗ ਰਹੇ, ਤੇ ਫਿਰ ਇਹਦਾ ਭਾਵ ਕਿ ਹਲੇ ਆਪਾਂ ਗੁਰੂ ਦਰਬਾਰ ਵਿੱਚ ਆਏ ਹੀ ਨੇ, ਮਨ ਕਰਕੇ ਨਹੀਂ ਆਏ। ਜਿਹੜੇ ਮਨ ਕਰਕੇ ਗੁਰੂ ਕੋਲ ਆ ਜਾਣ, ਗੁਰੂ ਸਾਹਿਬ ਐਸੀ ਨਾਮ ਦੀ ਠੰਡ ਵਰਤਾ ਦਿੰਦੇ ਨੇ ਕਿ ਸਾਰੀ ਤਪਸ਼ ਦੂਰ ਹੋ ਜਾਂਦੀ ਤੇ ਹਿਰਦਾ ਜਿਹੜਾ ਹੈ ਉਹ ਪ੍ਰਸੰਨ ਹੋ ਜਾਂਦਾ, ਆਨੰਦ ਨਾਲ ਭਰ ਜਾਂਦਾ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣੇ। ਇਉਂ ਸਾਰੀਆਂ ਆਈਆਂ ਸੰਗਤਾਂ ਨੂੰ ਸਤਿਗੁਰਾਂ ਨੇ ਉਪਦੇਸ਼ ਦੇ ਕੇ ਨਿਹਾਲ ਕੀਤਾ ਹੈ। ਜਾਚੇ ਵਿਦਾ ਨਮਰਤਾ ਅਤ ਕਰ। ਫਿਰ ਸਤਿਗੁਰੂ ਜੀ ਨੇ ਬਾਬਾ ਮੋਹਰੀ ਜੀ ਨੂੰ ਬੜੇ ਨਿਮਰਤਾ ਵਿੱਚ ਆ ਕੇ, 3 ਦਿਨ ਸਤਿਗੁਰੂ ਉੱਥੇ ਰਹੇ ਨੇ, ਬੜੇ ਨਿਮਰਤਾ ਵਿੱਚ ਆ ਕੇ ਸਤਿਗੁਰਾਂ ਨੇ ਸਭ ਤੋਂ ਵੱਡਾ ਸਾਨੂੰ ਖਜ਼ਾਨਾ ਦਿੱਤਾ ਹੈ। ਕਿਹੜਾ? ਜਿੱਥੇ ਮਹਾਰਾਜ ਜੀ ਨੇ ਨਾਮ ਦੀ ਦਾਤ ਸਾਨੂੰ ਸੱਚਖੰਡ ਤੋਂ ਲਿਆ ਕੇ ਦਿੱਤੀ ਹੈ ਨਾ,
ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਅੰਦਰ ਦੀ ਗਰੀਬੀ ਵੀ ਦਿੱਤੀ, ਨਿਮਰਤਾ। ਜਿੱਥੇ ਨਿਮਰਤਾ ਹੈ ਨਾਮ ਉੱਥੇ ਹੀ ਟਿਕਦਾ ਹੈ। ਇਸ ਲਈ ਸਤਿਗੁਰੂ ਦੇ ਅੰਦਰ ਅਤ ਦਰਜੇ ਦੀ ਨਿਮਰਤਾ ਹੈ। ਮਹਾਰਾਜ ਤਾਂ ਨਿਮਰਤਾ ਦੇ ਪੁੰਜ ਹਨ। ਸਤਿਗੁਰਾਂ ਨੇ ਨਿਮਰਤਾ ਵਿੱਚ ਆ ਕੇ ਬਾਬਾ ਮੋਹਰੀ ਜੀ ਪਾਸੋਂ ਹੁਣ ਚੱਲਣ ਦੀ ਵਧਾਈਗੀ ਦੀ ਆਗਿਆ ਮੰਗੀ ਹੈ। ਮਾਤੁਲ ਜੀ ਅਬ ਦੇਹੁ ਰਜਾਏ। ਗੁਰਦੇਵ ਕਹਿੰਦੇ ਨੇ ਮਾਮਾ ਜੀ ਹੁਣ ਸਾਨੂੰ ਅੰਮ੍ਰਿਤਸਰ ਜਾਣ ਦੀ ਆਗਿਆ ਦੇਵੋ। ਸੁਦਾ ਸਰੋਵਰ ਪਹੁੰਚੋ ਚਾਹਤ। ਅਸੀਂ ਹੁਣ ਅੰਮ੍ਰਿਤ ਸਰੋਵਰ ਅੰਮ੍ਰਿਤਸਰ ਪਹੁੰਚਣਾ ਚਾਹੁੰਦੇ ਹਾਂ। ਕਹੇ ਆਪ ਕੇ ਰਹਿ ਇਹ ਥਾਏ। ਤੁਹਾਡਾ ਹੁਕਮ ਮੰਨ ਕੇ ਬਚਨ ਮੰਨ ਕੇ ਅਸੀਂ ਇੱਥੇ ਆਪਣਾ ਨਿਵਾਸ ਰੱਖਿਆ ਹੈ। ਕਹਿਤ ਮੋਹਰੀ ਜਿਉ ਨਿਜ ਇੱਛਾ। ਬਾਬਾ ਮੋਹਰੀ ਜੀ ਸਤਿਗੁਰਾਂ ਨੂੰ ਕਹਿੰਦੇ ਨੇ ਮਹਾਰਾਜ ਜਿਸ ਤਰ੍ਹਾਂ ਤੁਹਾਡੀ ਇੱਛਾ ਹੋਵੇ। ਬਹੁਰ ਮਿਲੋ ਕਬ ਦੇਹੁ ਬਤਾਏ। ਹੁਣ ਇਹ ਵੀ ਸਾਨੂੰ ਦੱਸੋ ਕਿ ਕਦੋਂ ਆ ਕੇ ਦਰਸ਼ਨ ਦੇਵੋਗੇ, ਕਦੋਂ ਆਪ ਜੀ ਸਮਾਂ ਕੱਢੋਗੇ ਤੇ ਸਾਨੂੰ ਇੱਥੇ ਆ ਕੇ ਨਵਾਜੋਗੇ। ਸ੍ਰੀ ਗੁਰੂ ਕਹਿਓ ਕਰੋ ਜਬ ਸਿਮਰਨ। ਸਤਿਗੁਰੂ ਜੀ ਕਹਿੰਦੇ ਮੋਹਰੀ ਜੀ ਨੂੰ ਕਿ ਮਾਮਾ ਜੀ ਜਦੋਂ ਤੁਸੀਂ ਸਾਨੂੰ ਯਾਦ ਕਰੋਗੇ ਤਬ ਤੁਮਰੀ ਆਇਸ ਅਨੁਸਾਰ। ਅਸੀਂ ਤੁਹਾਡੀ ਆਗਿਆ ਵਿੱਚ ਹਾਂ। ਹੋਏ ਮੇਲ ਦਰਸ਼ਨ ਹਮ ਕਰ ਹੈ। ਅਸੀਂ ਆ ਕੇ ਮਿਲਾਂਗੇ, ਤੁਹਾਡੇ ਦਰਸ਼ਨ ਜ਼ਰੂਰ ਕਰਾਂਗੇ। ਸਦਾ ਨਿਹਾਲ ਸੁਬੁੱਧ ਉਦਾਰ। ਆਪ ਜੀ ਸਦਾ ਨਿਹਾਲ ਰਹੋਗੇ, ਬੁੱਧ ਉਦਾਰ, ਆਪ ਜੀ ਉੱਤਮ ਮਤ ਵਾਲੇ ਹੋ। ਮਾਤੁਲ ਪਤਨੀ ਦੀਨ ਸੰਦੇਸਾ। ਫਿਰ ਸਤਿਗੁਰਾਂ ਦੇ ਮਾਮੀ ਜੀ ਨੇ ਗੁਰਦੇਵ ਨੂੰ ਤੁਰਨ ਲੱਗਿਆਂ ਸੁਨੇਹਾ ਦਿੱਤਾ। ਮੋਦਿਸ਼ ਤੇ ਅਸ ਕਰਹੁ ਉਚਾਰ। ਕਹਿਣ ਲੱਗੇ ਕਿ ਮੇਰੀ ਤਰਫੋਂ ਇਹ ਸੁਨੇਹਾ ਲੈ ਜਾਵੋ। ਰਾਮ ਸਾਤ ਗੰਗਾ ਕੋ ਕਹਿਣੀ। ਆਪਣੇ ਧਰਮ ਸੁਪਤਨੀ ਗੰਗਾ ਜੀ ਦੇ ਤਾਈ ਰਾਮ ਸਤ, ਜਿਸ ਤਰ੍ਹਾਂ ਆਪਾਂ ਸਤਿ ਸ਼੍ਰੀ ਅਕਾਲ ਕਹਿੰਦੇ ਆ, ਇਹ ਬੋਲਾ ਸਿੱਖਾਂ ਦੇ ਵਿੱਚ ਆਮ ਪ੍ਰਚਲਿਤ ਸੀ। ਸਾਧ ਸੰਗਤ ਦਸਮ ਪਾਤਸ਼ਾਹ ਗੁਰੂ ਕਲਗੀਧਰ ਸਾਹਿਬ ਜੀ ਤੋਂ ਇਹ ਹੁਕਮ ਗੁਰਦੇਵ ਨੇ ਕੀਤਾ, ਅੱਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਹੁਣ ਆਪਸ ਵਿੱਚ ਸਿੰਘ ਮਿਲਣ ਲੱਗਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ। ਪਰ ਉਹਨਾਂ ਸਮਿਆਂ ਦੇ ਵਿੱਚ ਸਿੱਖ ਆਪਸ ਵਿੱਚ ਮਿਲਣ ਲੱਗਿਆਂ ਸਤਿ ਸ਼੍ਰੀ ਅਕਾਲ ਤੇ ਮਾਤਾ ਜੀ ਨੇ ਸਤਿਗੁਰਾਂ ਦੇ ਮਾਮੀ ਜੀ ਨੇ ਤੁਰਨ ਲੱਗਿਆਂ ਕਿਹਾ ਕਿ ਗੰਗਾ ਜੀ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਕਹਿਣਾ। ਹਰ ਗੋਬਿੰਦ ਕੋ ਦੀਜੈ ਪਿਆਰ। ਤੇ ਆਪਣੇ ਸੁਪੁੱਤਰ ਨੂੰ ਹਰ ਗੋਬਿੰਦ ਸਾਹਿਬ ਨੂੰ ਮੇਰੇ ਵੱਲੋਂ ਪਿਆਰ ਦਿਓ। ਸਭ ਕੀ ਕੁਸ਼ਲ ਬੂਝਨੀ ਨੀਕੇ। ਸਾਰਿਆਂ ਦੀ ਸੁਖ ਸ਼ਾਂਤ ਪੁੱਛ ਕੇ ਹਮ ਕੋ ਸਿਮਰੋ ਆਪਣੇ ਜਾਨ। ਸਾਨੂੰ ਜ਼ਰੂਰ ਯਾਦ ਕਰਿਓ, ਅਸੀਂ ਤੁਹਾਡੇ ਆਪਣੇ ਆ। ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਦੇਖੀਦਾ ਸੀ ਪਰਿਵਾਰਾਂ ਵਿੱਚ ਬੜਾ ਪਿਆਰ ਹੁੰਦਾ ਸੀ, ਪਰਿਵਾਰ ਇਕੱਠੇ ਰਹਿਣੇ, ਪਿਆਰ ਵਧਣਾ। ਜਦੋਂ ਕਿਸੇ ਨੇ ਕਿਸੇ ਕੋਲ ਜਾਣਾ ਤੇ ਉਹਨੂੰ ਚਾਅ ਚੜ੍ਹਦਾ ਸੀ ਕਿ ਸਾਡੇ ਕੋਲ ਤੁਸੀਂ ਆਏ ਹੋ, ਤੇ ਫਿਰ ਬੇਨਤੀਆਂ ਕਰਕੇ ਉਹਨਾਂ ਨੂੰ ਰੋਕਣਾ ਕਿ ਕੁਝ ਦਿਨ ਹੋਰ ਠਹਿਰ ਜਾਓ, ਤੇ ਫਿਰ ਉਹ ਰੁਕ ਵੀ ਜਾਣਾ। ਪਰ ਅੱਜ ਦਾ ਸਮਾਂ ਨਾ ਤੇ ਕਿਸੇ ਕੋਲ ਜਾਣਦਾ ਏ, ਨਾ ਕਿਸੇ ਨੂੰ ਕੋਈ ਘਰ ਦੇ ਵਿੱਚ ਰੱਖ ਕੇ ਰਾਜੀ। ਜੇ ਕਿਤੇ ਕੋਈ ਆ ਵੀ ਜਾਵੇ ਤਾਂ ਉਹਨੂੰ ਪਹਿਲਾਂ ਪੁੱਛਦੇ ਨੇ ਕਿ ਜਾਣਾ ਕਦੋਂ ਹੈ ਜੀ, ਤੇ ਨਾ ਹੀ ਕਿਸੇ ਕੋਲ ਇਹਨਾਂ ਸਮਾਂ ਰੁਕਣ ਦਾ। ਸੋ ਉਸ ਵੇਲੇ ਸਤਿਗੁਰਾਂ ਦੇ ਮਾਮੀ ਜੀ ਕਹਿੰਦੇ ਨੇ ਕਿ ਆਪ ਜੀ ਕਿਰਪਾ ਕਰਿਓ, ਜ਼ਰੂਰ ਸਾਨੂੰ ਇੱਥੇ ਆ ਕੇ ਦਰਸ਼ਨ ਦਿਓ। ਨਿਜ ਸੁਤ ਕੋ ਜਬ ਵਿਆਹ ਰਚਾਵੋ। ਜਦੋਂ ਤੁਸੀਂ ਆਪਣੇ ਪੁੱਤਰ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਰੱਖੋਗੇ ਹਮੇ ਹਕਾਰੋ ਚਾਹੇ ਮਹਾਨ। ਤੇ ਸਾਨੂੰ ਜ਼ਰੂਰ ਬੁਲਾਇਓ, ਸਾਨੂੰ ਬੜੀ ਇੱਛਾ ਹੈ, ਅਸੀਂ ਉਹ ਵਿਆਹ ਦੇ ਵਿੱਚ ਜ਼ਰੂਰ ਪਹੁੰਚਾਂਗੇ। ਆਚੀ ਬਾਤ ਕਹੀ ਕਰ ਬੰਦਨ। ਇਸ ਤਰ੍ਹਾਂ ਗੱਲਾਂ ਬਾਤਾਂ ਕੀਤੀਆਂ ਨੇ ਤੇ ਫਿਰ ਸਤਿਗੁਰਾਂ ਨੇ ਨਮਸਕਾਰ ਕੀਤੀ ਹੈ। ਵਿਦਾ ਹੋਏ ਕਿ ਵਹਿਰ ਪਿਆਣ। ਮਹਾਰਾਜ ਨਮਸਕਾਰਾਂ ਕਰਕੇ ਤੇ ਗੋਇੰਦਵਾਲ ਸਾਹਿਬ ਤੋਂ ਸਤਿਗੁਰੂ ਜੀ ਉੱਥੋਂ ਬਾਬਾ ਮੋਹਰੀ ਜੀ ਦੇ ਘਰ ਤੋਂ ਚੱਲੇ ਹਨ। ਸ੍ਰੀ ਗੁਰੂ ਅਮਰ ਚੁਬਾਰੇ ਗਮਨੇ। ਫਿਰ ਗੁਰਦੇਵ ਗਏ ਨੇ ਗੁਰੂ ਅਮਰਦਾਸ ਜੀ ਦੇ ਚੁਬਾਰੇ ਦੇ ਵਿੱਚ। ਤਪੇ ਜਹਾਂ ਤਿਸ ਦਰਸ਼ਨ ਠਾਨ। ਜਿੱਥੇ ਗੁਰੂ ਅਮਰਦਾਸ ਸਾਹਿਬ ਦਿਨ ਰਾਤ ਭਗਤੀ ਕਰਦੇ ਸੀ। ਸਾਧ ਸੰਗਤ ਇਹ ਸਾਡੇ ਮਨ ਦੇ ਕੇਵਲ ਬਹਾਨੇ ਨੇ ਕਿ ਸਾਡੇ ਕੋਲ ਸਮਾਂ ਨਹੀਂ। ਗੁਰੂ ਅਮਰਦਾਸ ਮਹਾਰਾਜ ਬਿਰਧ ਅਵਸਥਾ ਵਿੱਚ ਅੱਜ ਵੀ ਜਦੋਂ ਗੋਇੰਦਵਾਲ ਸਾਹਿਬ ਚੁਬਾਰੇ ਸਾਹਿਬ ਦੇ ਦਰਸ਼ਨ ਕਰੋਗੇ ਨਾ, ਤੇ ਉੱਥੇ ਕਿੱਲੀ ਸਾਹਿਬ ਕਿੱਲੀ ਜਿਹੜੀ ਉੱਥੇ ਲੱਗੀ ਹੈ, ਜਿਹੜੀ ਕਿੱਲੀ ਫੜ ਕੇ ਗੁਰੂ ਅਮਰਦਾਸ ਜੀ ਬਿਰਧ ਅਵਸਥਾ ਵਿੱਚ ਤਪ ਕਰਦੇ ਸੀ। ਸੋ ਸਤਿਗੁਰਾਂ ਨੇ ਬਿਰਧ ਅਵਸਥਾ ਵਿੱਚ ਵੀ ਜਿਹੜੀ ਘਾਲਣਾ ਘਾਲੀ ਹੈ, ਉਹ ਉਹਨਾਂ ਲਈ ਸੰਦੇਸ਼ ਸੀ। ਜਿਹੜੇ ਲੋਕ ਕਹਿੰਦੇ ਹਨ ਕਿ ਸਾਡੇ ਕੋਲ ਸਮਾਂ ਨਹੀਂ, ਜਾਂ ਇਹ ਕੰਮ ਇੰਨੀ ਉਮਰ ਵਿੱਚ ਅਸੀਂ ਕਰ ਨਹੀਂ ਸਕਦੇ, ਸੇਵਾ ਨਹੀਂ ਕਰ ਸਕਦੇ। ਛੋਟੀ ਉਮਰ ਦੇ ਵਿੱਚ ਉਪਦੇਸ਼ ਦਿੱਤਾ, ਛੋਟੀ ਅਵਸਥਾ ਵਿੱਚ ਜਾਂ ਉਮਰ ਦੇ ਵਿੱਚ ਰਹਿ ਕੇ ਗੁਰੂ ਸਾਹਿਬ ਜੀ ਨੇ ਭਗਤੀ ਕਰਨ ਦਾ। ਫਿਰ ਵੱਡੀ ਤੋਂ ਵੱਡੀ ਉਮਰ ਦੇ ਵਿੱਚ ਵੀ ਸਤਿਗੁਰੂ ਆਪ ਵੱਡੀ ਘਾਲਣਾ ਕਰਕੇ ਘਾਲ ਕੇ ਸਾਨੂੰ ਸਿੱਖਿਆ ਦੇ ਕੇ ਗਏ।
ਉਹ ਚੁਬਾਰੇ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦਰਸ਼ਨ ਕਰਨ ਗਏ ਹਨ। ਕਹਿਓ ਮੋਹਰੀ ਸੋ ਇੱਕ ਸਾਖਾ ਇੱਕ ਉਸ ਖਾਸਾ। ਚੁਬਾਰੇ ਦੇ ਵਿੱਚ ਬਾਬਾ ਮੋਹਰੀ ਜੀ ਬੈਠੇ ਤਪ ਕਰ ਰਹੇ ਸੀ, ਉਹਨਾਂ ਨੂੰ ਫਿਰ ਜਾ ਕੇ ਮਿਲੇ ਨੇ ਤੇ ਬਾਬਾ ਮੋਹਨ ਜੀ ਨੂੰ ਵੀ ਉੱਥੇ ਹੀ ਮਿਲੇ। ਤੇ ਫਿਰ ਮੋਹਰੀ ਜੀ ਦੇ ਤਾਈ ਸਤਿਗੁਰਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਇੱਕ ਸਾਨੂੰ ਪਾਲਕੀ ਦੇਵੋ। ਹਿਤ ਪੋਥਨ ਕੋ ਦੇਹੋ ਮੰਗਾਏ। ਇਹ ਪੋਥੀਆਂ ਵਾਸਤੇ, ਪੋਥੀਆਂ ਬਿਰਾਜਮਾਨ ਕਰਨ ਵਾਸਤੇ ਇੱਕ ਪਾਲਕੀ ਸਾਨੂੰ ਮੰਗਾ ਦਵੋ। ਮਾਨ ਬਾਗ ਤਤਕਾਲ ਅਨਾਇਓ। ਗੁਰਦੇਵ ਦਾ ਬਚਨ ਮੰਨ ਕੇ ਬਾਬਾ ਮੋਹਰੀ ਜੀ ਨੇ ਛੇਤੀ ਪਾਲਕੀ ਮੰਗਾ ਦਿੱਤੀ ਹੈ। ਇਸ ਪਰ ਪੁਸਤਕ ਧਰੇ ਬਣਾਏ। ਉਹ ਪਾਲਕੀ ਸਾਹਿਬ ਦੇ ਵਿੱਚ ਸਤਿਗੁਰਾਂ ਨੇ ਬਾਣੀ ਦੀਆਂ ਪੋਥੀਆਂ ਜਿਹੜੀਆਂ ਨੇ ਨਾ ਉਹ ਬਿਰਾਜਮਾਨ ਕੀਤੀਆਂ ਨੇ। ਸਾਧ ਸੰਗਤ, ਇਹਨਾਂ ਗੱਲਾਂ ਵੱਲ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਜਾਂ ਤੇ ਆਪਾਂ ਗੁਰ ਇਤਿਹਾਸ ਪੜ੍ਹਦੇ ਸੁਣਦੇ ਨਹੀਂ ਤੇ ਜਾਂ ਆਪਾਂ ਜਾਣ ਬੁੱਝ ਕੇ ਅਣਜਾਣ ਬਣਦੇ ਹਾਂ। ਗੁਰੂ ਸਾਹਿਬ ਨੇ ਜਦੋਂ ਗੋਬਿੰਦਵਾਲ ਸਾਹਿਬ ਤੋਂ ਬਾਣੀ ਦੀਆਂ ਪੋਥੀਆਂ ਲਿਆਂਦੀਆਂ ਤੇ ਉਹ ਪੋਥੀਆਂ ਪਾਲਕੀ ਸਾਹਿਬ ਦੇ ਵਿੱਚ ਬਿਰਾਜਮਾਨ ਕੀਤੀਆਂ। ਹੁਣ ਮਹਾਰਾਜ ਕਹਿਣਗੇ ਜਦੋਂ ਦੂਜੀ ਪਾਲਕੀ ਨਾਲ ਤੋਰਨ ਲੱਗਣਗੇ ਤੇ ਸਤਿਗੁਰੂ ਕਹਿਣਗੇ ਨਹੀਂ, ਇਹ ਚੌਹਾਂ ਪਾਤਸ਼ਾਹੀਆਂ ਦਾ ਸਰੂਪ ਹੈ ਇਹ ਬਾਣੀ ਦੀਆਂ ਪੋਥੀਆਂ, ਇਸ ਲਈ ਚੌਹਾਂ ਪਾਤਸ਼ਾਹੀਆਂ ਦੀ ਬਰਾਬਰੀ ਮੈਂ ਨਹੀਂ ਕਰ ਸਕਦਾ। ਪਰ ਅੱਜ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਗੁਰੂ ਕਲਗੀਧਰ ਸਾਹਿਬ ਸਾਨੂੰ ਇਹ ਬਚਨ ਕਹਿ ਗਏ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਤੇ ਫਿਰ ਉਹ ਪ੍ਰਗਟ ਗੁਰਾਂ ਕੀ ਦੇ ਨੂੰ ਜਦੋਂ ਦੇਖੀਦਾ ਅਕਸਰ ਕਈ ਆ ਪੱਟਾਂ ਦੇ ਉੱਤੇ ਸਰੂਪ ਰੱਖ ਕੇ ਲੈ ਜਾਣੇ, ਕੋਈ ਗੱਡੀ ਵੱਲ ਧਿਆਨ ਨਹੀਂ ਰੱਖਣਾ ਕਿ ਇਹ ਗੱਡੀ ਸਾਫ਼ ਹੈ ਕਿ ਨਹੀਂ ਸਾਫ਼। ਘੱਟੋ ਘੱਟ ਇਹਨਾਂ ਧਿਆਨ ਜ਼ਰੂਰ ਰੱਖੀਏ ਕਿ ਜੇ ਨੇੜੇ ਆ ਤੇ ਉਹ ਸਰੂਪ ਆਪਾਂ ਪੀੜੇ ਸਾਹਿਬ ਤੇ ਲੈ ਜਾਈਏ, ਤੇ ਜੇ ਦੂਰ ਜਾਣਾ ਹੈ ਤੇ ਫਿਰ ਜੇ ਗੁਰੂ ਘਰ ਆਪਾਂ ਨਗਰ ਵਿੱਚ 4-4 5-5 ਬਣਵਾਏ ਨੇ ਤੇ ਫਿਰ ਪਾਲਕੀ ਸਾਹਿਬ ਦਾ ਪ੍ਰਬੰਧ ਜ਼ਰੂਰ ਰੱਖੀ। ਜੇ ਗੁਰੂ ਸਾਹਿਬ ਪੋਥੀਆਂ ਲੈਣ ਗਏ ਤੇ ਪਾਲਕੀ ਸਾਹਿਬ 'ਚ ਬਿਰਾਜਮਾਨ ਕਰਾ ਕੇ ਲਿਆਏ। ਅੱਜ ਤੇ 10 ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਗੁਰੂ ਸਾਹਿਬ ਲਈ ਪਾਲਕੀ ਸਾਹਿਬ ਆਪਾਂ ਕਿਉਂ ਤਿਆਰ ਨਹੀਂ ਕਰਾਉਂਦੇ? ਜਿੱਥੇ ਲੱਖਾਂ ਰੁਪਈਏ ਗੁਰੂ ਘਰਾਂ ਦੀਆਂ ਇਮਾਰਤਾਂ ਤੇ ਲਾਉਨੇ ਆ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਜ਼ਰੂਰ ਪਾਲਕੀ ਸਾਹਿਬ ਦਾ ਪ੍ਰਬੰਧ ਹੋਣਾ ਇਹ ਲਾਜ਼ਮੀ ਹੈ ਤੇ ਨਗਰ ਵਾਲਿਆਂ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਘੱਟੋ ਘੱਟ ਜਿਹੜੀ ਗੱਡੀ ਵਿੱਚ ਸਰੂਪ ਖੜਨਾ ਉਹ ਗੱਡੀ ਸਾਫ਼ ਤਾਂ ਹੋਵੇ, ਉੱਥੇ ਫਿਰ ਸੀਟ ਤੇ ਵਿਛਾਈ ਸੋਹਣੀ ਹੋਵੇ, 5 ਸਿੰਘ ਫਿਰ ਨਾਲ ਜਾਣ। ਇਹ ਅਦਬ ਸਤਿਕਾਰ ਆਪਾਂ ਜ਼ਰੂਰ ਰੱਖੀ। ਇਹ ਨਾ ਹੋਵੇ ਇੱਕ ਪਉ ਲੱਥੀ ਨਾਤਿਆਂ ਦੋਏ ਪਾ ਚੜ੍ਹੀਐਸ ਹੋਰ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਬਾਬਾ ਮੋਹਰੀ ਜੀ ਨੂੰ ਕਿਹਾ, ਮਹਾਰਾਜ ਕਹਿਣ ਲੱਗੇ ਕਿ ਤੁਸੀਂ ਸਾਨੂੰ ਇੱਕ ਪਾਲਕੀ ਦਾ ਪ੍ਰਬੰਧ ਕਰ ਦਿਓ। ਬਾਬਾ ਮੋਹਰੀ ਜੀ ਨੇ ਝੱਟ ਪਾਲਕੀ ਮੰਗਾ ਕੇ ਦਿੱਤੀ ਹੈ ਤੇ ਗੁਰੂ ਸਾਹਿਬ ਨੇ ਉਹ ਪੋਥੀਆਂ ਪਾਲਕੀ ਸਾਹਿਬ ਵਿੱਚ ਬਿਰਾਜਮਾਨ ਕਰ ਦਿੱਤੀਆਂ। ਸਿੱਖਨ ਹਰਖ ਸਿਕੰਦ ਉਠਾਇਓ। ਸਿੱਖ ਬੜੇ ਪ੍ਰਸੰਨ ਨੇ ਤੇ ਗੁਰੂ ਸਾਹਿਬ ਦਾ ਬਚਨ ਮੰਨ ਕੇ ਸਿੱਖਾਂ ਨੇ ਉਹ ਪਾਲਕੀ ਮੋਢਿਆਂ ਤੇ ਚੁੱਕ ਲਈ ਹੈ। ਧੁਨ ਸੰਖਣ ਕੇ ਅਦਿਕੇ ਉਠਾਏ। ਫਿਰ ਅੱਗੇ ਅੱਗੇ ਸੰਖਾਂ ਦੀ ਧੁਨ ਵੱਜੀ। ਸੰਖ ਜਿਹੜੇ ਉਹ ਵੱਜੇ ਨੇ, ਕੰਡਿਆਲ ਵੱਜੇ ਹਨ। ਤੁਰਹੀ ਲਗ ਦੁੰਦਬ ਬਜਵਾਏ। ਛੋਟੀਆਂ ਤੁਰ ਰਹੀਆਂ, ਫਿਰ ਛੋਟੇ ਨਗਾਰੇ ਜਿਹੜੇ ਨੇ ਉਹ ਵਜਵਾਏ। ਆ ਪੁਰਾਣੇ ਸਮੇਂ 'ਚ ਅੱਜ ਵੀ ਕਈਆਂ ਨੇ ਮਰਿਆਦਾ ਬਹਾਲ ਰੱਖੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਵਾਰੀ ਜਾਣੀ, ਕੰਡਿਆਲ ਵੱਜਣਾ, ਉਹਦੇ ਨਾਲ ਸਾਰੇ ਸੁਚੇਤ ਹੁੰਦੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਵਾਰਾ ਸਾਹਿਬ ਆ ਰਿਹਾ ਤੇ ਰਸਤਾ ਛੱਡ ਦੇਣ। ਇਸ ਲਈ ਉਹ ਕੰਡਿਆਲ ਵੱਜਣਾ, ਫਿਰ ਸੰਖ ਪੂਰਿਆ ਜਾਣਾ। ਹੌਲੀ ਹੌਲੀ ਲੋਕ ਹੋਰ ਪਾਸੇ ਜਾ ਕੇ ਕਹਿੰਦੇ ਨੇ ਜੀ ਹੋਰ ਮਤਾਂ ਦੀਆਂ ਚੀਜ਼ਾਂ ਨੇ, ਹੁਣ ਸਾਰਾ ਕੁਝ ਹੀ ਹੋਰਾਂ ਨੂੰ ਤਾਂ ਨਹੀਂ ਦੇ ਦੇਣਾ। ਇਹ ਧਰਤੀ ਤੇ ਜਿਹੜੇ ਰਹਿ ਰਹੇ ਆ, ਕਈ ਧਰਤੀ ਨੂੰ ਵੀ ਪੂਜ ਰਹੇ ਨੇ। ਆ ਜਿਹੜੇ ਚੰਦਰਮਾ ਦੀ ਰੋਸ਼ਨੀ 'ਚ ਅਸੀਂ ਰਹਿ ਰਹੇ ਹਾਂ, ਕੋਈ ਚੰਦਰਮਾ ਦੀ ਪੂਜਾ ਕਰ ਰਿਹਾ। ਜਿਹੜੀ ਸੂਰਜ ਦੀ ਤਪਸ਼ ਗਰਮੀ ਅਸੀਂ ਲੈ ਰਹੇ, ਇਹਨੂੰ ਵੀ ਕੋਈ ਪੂਜ ਰਹੇ ਨੇ, ਫਿਰ ਛੱਡ ਤਾਂ ਨਹੀਂ ਦਈਦਾ। ਇਸ ਲਈ ਇਹ ਸਤਿਕਾਰ ਵਜੋਂ ਚੀਜ਼ਾਂ ਰੱਖੀਆਂ ਜਾਂਦੀਆਂ। ਕੰਡਿਆਲ ਸੰਖ ਪੂਰਿਆ ਗਿਆ, ਛੋਟੇ ਨਗਾਰੇ ਜਿਹੜੇ ਉਹ ਵੱਜੇ ਹਨ। ਜੈ ਜੈ ਸ਼ਬਦ ਭਇਓ ਚੌਂਕਾਏ। ਚਾਰੇ ਪਾਸੇ ਜੈ ਜੈਕਾਰ ਦੇ ਸ਼ਬਦ ਜਿਹੜੇ ਨੇ ਉਹ ਗਾਇਨ ਹੋਏ ਨੇ। ਪਾਦੇ ਅਰਬਿੰਦ ਨਗ ਨਹੀਂ ਗਮਣੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਆਪ ਨੰਗੇ ਪੈਰ ਹੀ ਤੁਰ ਪਏ ਨੇ। ਅੱਜ ਕਈ ਵਾਰ ਦੇਖੀਦਾ ਬੁੱਧੀ ਜੀਵਨ ਤੋਂ ਕਈ ਵਾਰੀ ਸੁਣੀਦਾ ਨਹੀਂ ਜੀ ਸਰੂਪ ਦੇ ਨਾਲ ਜੋੜਾ ਪਾ ਲੈਣਾ ਚਾਹੀਦਾ, ਪਰ ਗੁਰੂ ਅਰਜਨ ਦੇਵ ਸਾਹਿਬ ਪੋਥੀਆਂ ਸਾਹਿਬ ਲੈ ਕੇ ਗੋਬਿੰਦਵਾਲ ਸਾਹਿਬ ਤੋਂ ਤੁਰੇ ਨੇ ਤੇ ਮਹਾਰਾਜ ਨੇ ਇਹਨਾਂ ਦਾ ਸਤਿਕਾਰ ਕੀਤਾ। ਉਹ ਪੋਥੀਆਂ ਨੂੰ ਚੌਹਾਂ ਪਾਤਸ਼ਾਹੀਆਂ ਦਾ ਸਰੂਪ ਜਾਣਿਆ ਤੇ ਫਿਰ ਮਹਾਰਾਜ ਆਪ ਨੰਗੇ ਪੈਰੀ ਗੋਇੰਦਵਾਲ ਸਾਹਿਬ ਤੋਂ ਚੱਲੇ ਹਨ। ਸ੍ਰੀ ਅਰਜਨ ਖਾਸੇ ਪਿਛਵਾਏ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਲਕੀ ਸਾਹਿਬ ਦੇ ਪਿੱਛੇ ਪਿੱਛੇ ਚੱਲ ਪਏ ਹਨ। ਆਦ ਮੋਹਰੀ ਅਪਰ ਸਕਲ ਹੀ। ਅਤੇ ਬਾਬਾ ਮੋਹਰੀ ਜੀ ਅਤੇ ਹੋਰ ਸਿੱਖ ਸੰਗਤਾਂ
ਕਹੈ ਚੜੋ ਸਿਵਕਾ ਸੁਖ ਪਾਏ। ਗੁਰੂ ਸਾਹਿਬ ਨੂੰ ਆ ਕੇ ਕਹਿਣ ਲੱਗੇ, ਮਹਾਰਾਜ ਤੁਸੀਂ ਵੀ ਦੂਜੀ ਪਾਲਕੀ 'ਚ ਬਿਰਾਜਮਾਨ ਹੋ ਜਾਵੋ। ਭਣਿਓ ਗੁਰੂ ਇਨ ਰੂਪ ਚਤੁਰਗੁਰ। ਸਤਿਗੁਰੂ ਜੀ ਕਹਿਣ ਲੱਗੇ, ਗੁਰ ਸਿੱਖੋ ਇਹ ਬਾਣੀ ਦੀਆਂ ਪੋਥੀਆਂ ਜਿਹੜੀਆਂ ਲੈ ਕੇ ਚੱਲੇ ਆ ਨਾ, ਇਹ ਚਾਰ ਸਤਿਗੁਰਾਂ ਦਾ ਸਰੂਪ ਹਨ। ਇਨ ਕੋ ਆਦਰ ਜਿਤੋ ਕਰਾਏ। ਇਹਨਾਂ ਦਾ ਅਦਬ ਸਤਕਾਰ ਜਿੰਨਾ ਅਸੀਂ ਕਰ ਸਕੀਏ। ਲੋਕ ਪਰਲੋਕ ਆਨੰਦ ਤਿਤ ਕਲਹਿ। ਪ੍ਰਾਪਤੀ ਕੀ ਹੋਵੇਗੀ? ਜਿੰਨਾ ਬਾਣੀ ਦਾ ਅਦਬ ਕਰਾਂਗੇ, ਲੋਕ ਪਰਲੋਕ ਦੇ ਵਿੱਚ ਅਦਬ ਹੋਵੇਗਾ। ਇਹ ਲੋਕ ਵਿੱਚ ਵੀ ਅਦਬ ਸਤਕਾਰ ਰਹੇਗਾ, ਪਰਲੋਕ ਵਿੱਚ ਵੀ ਅਦਬ ਹੋਵੇਗਾ। ਪਰ ਅੱਜ ਸਤਕਾਰ ਅਦਬ ਘਟਣ ਦਾ ਕਾਰਨ ਕੀ ਹੈ ਜੀ? ਕਹਿੰਦੇ ਆ ਜੀ ਸਤਕਾਰ ਨਹੀਂ ਰਹਿ ਗਿਆ। ਜੇ ਬਾਣੀ ਦਾ ਅਦਬ ਸਤਕਾਰ ਹੀ ਨਾ ਰੱਖਿਆ ਤੇ ਫਿਰ ਸਤਕਾਰ ਰਹਿਣਾ ਕਾਹਦਾ? ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ। ਜਦੋਂ ਬਾਣੀ ਪੜ੍ਹਦੀਆਂ ਸੰਗਤਾਂ ਆਈਆਂ ਤੇ ਮਹਾਰਾਜ ਛੇਤੀ ਨਾਲ ਉੱਠੇ, ਪਲੰਗੇ ਨਾਲ ਸਤਿਗੁਰਾਂ ਦਾ ਗੋਡਾ ਵੱਜਾ, ਲਹੂ ਸਿਮਿਆ। ਸਿੱਖ ਕਹਿਣ ਲੱਗੇ, ਮਹਾਰਾਜ ਉਹ ਬਾਣੀ ਵੀ ਤੁਹਾਡੀ ਉਚਾਰਨ ਕੀਤੀ ਤੇ ਗੁਰਤਾ ਗੱਦੀ ਤੇ ਤੁਸੀਂ ਆਪ ਬਿਰਾਜਮਾਨ ਹੋ, ਇੰਨੀ ਕਾਹਲੀ? ਸਤਿਗੁਰੂ ਜੀ ਕਹਿਣ ਲੱਗੇ, ਗੁਰਸਿੱਖੋ ਬਾਣੀ ਗੁਰੂ ਨਾਨਕ ਸਾਹਿਬ ਦਾ ਸਰੂਪ ਹੈ। ਬਾਣੀ ਅਕਾਲ ਪੁਰਖ ਦਾ ਰੂਪ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਤੇ ਜਿੱਥੇ ਅਕਾਲ ਪੁਰਖ ਆਪ ਆਇਆ ਹੋਵੇ ਤੇ ਫਿਰ ਅਸੀਂ ਅਦਬ ਨਾ ਕਰੀਏ ਉੱਠ ਕੇ? ਮਹਾਰਾਜ ਕਹਿੰਦੇ ਨੇ, ਤਿੰਨ ਬਚਨ ਗੁਰਦੇਵ ਨੇ ਉਦੋਂ ਕਹੇ ਸਨ, ਜੋ ਸਿੱਖ ਅਦਬ ਬਾਣੀ ਕੋ ਕਰੈ ਬਿਨ ਪ੍ਰਯਾਸ ਭਵ ਸਾਗਰ ਤਰੈ। ਜਿਹੜਾ ਬਾਣੀ ਦਾ ਅਦਬ ਕਰੇਗਾ ਨਾ, ਉਹ ਨਿਰਯਤਨੇ ਸੰਸਾਰ ਤੋਂ ਜ਼ਰੂਰ ਤਰੇਗਾ, ਕਿਉਂਕਿ ਬਾਣੀ ਤਾਂ ਨਿਰੰਕਾਰ ਦਾ ਸਰੂਪ ਹੈ। ਤੇ ਜੇ ਛੋਟੇ ਮੋਟੇ ਕਿਸੇ ਅਹੁਦੇਦਾਰ ਦੀ ਤੁਸੀਂ ਸੇਵਾ 'ਚ ਲੱਗ ਜਾਵੋ ਤੇ ਉਹ ਵੀ ਬੰਦੇ ਦਾ ਰੈਂਕ ਵਧਾਈ ਦਿੰਦਾ ਹੈ। ਤੇ ਜਿੱਥੇ ਅਕਾਲ ਪੁਰਖ ਨਿਰੰਕਾਰ ਦੀ ਸੇਵਾ 'ਚ ਜਿਹੜਾ ਲੱਗਾ ਹੋਵੇ, ਕੀ ਉਹਨੂੰ ਪ੍ਰਾਪਤੀ ਨਹੀਂ ਹੋਵੇਗੀ? ਮਹਾਰਾਜ ਕਹਿੰਦੇ ਬਿਨ ਪ੍ਰਯਾਸ ਭਵ ਸਾਗਰ ਤਰੈ। ਦੂਜਾ ਬਚਨ ਗੁਰਦੇਵ ਨੇ ਕੀਤਾ, ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਾਹੇ ਹਮਾਰ। ਇਉਂ ਨਾ ਕਹੀ ਜਾਵੋ ਕਿ ਸਿੱਖਾਂ ਸਿੱਖਾਂ। ਸਿੱਖ ਉਹ ਜਿਹੜਾ ਬਾਣੀ ਨੂੰ ਨਿਰੰਕਾਰ ਦਾ ਸਰੂਪ ਜਾਣ ਕੇ ਅਦਬ ਰੱਖਦਾ ਹੈ। ਤੇ ਜਿਹੜਾ ਬਾਣੀ ਦਾ ਹੀ ਨਿਰਾਦਰ ਕਰ ਰਿਹਾ ਕਿ ਜੀ ਕੀ ਲੋੜ ਹੈ ਵਸਤੂਆਂ ਦੀ, ਕੀ ਲੋੜ ਹੈ ਆ ਪੂਜਨ ਕਰਨ ਦੀ, ਕੀ ਲੋੜ ਹੈ ਇਹਨਾਂ ਸਤਿਕਾਰ ਦੇਣ ਦੀ, ਫਿਰ ਸਿੱਖ ਕਾਹਦਾ? ਇੱਕ ਪਾਸੇ ਤਾਂ ਬਾਣੀ ਨਿਰੰਕਾਰ ਦਾ ਸਰੂਪ, ਤੇ ਜੇ ਪਿਤਾ ਦਾ ਜਿੰਨਾ ਅਦਬ ਰੱਖੀਏ ਉਹਨਾਂ ਮਾਣ ਸੰਸਾਰ ਵਿੱਚ ਮਿਲਦਾ ਹੈ। ਗੁਰਦੇਵ ਕਹਿਣ ਲੱਗੇ, ਇਸ ਲਈ ਅਸੀਂ ਬਾਣੀ ਦੀ ਬਰਾਬਰੀ ਨਹੀਂ ਕਰ ਸਕਦੇ। ਲੋਕ ਪਰਲੋਕ ਆਨੰਦ ਤਿਤ ਕਲਹਿ। ਜਿਹੜਾ ਬਾਣੀ ਦਾ ਸਤਿਕਾਰ ਕਰੇਗਾ, ਉਹਨਾਂ ਲੋਕ ਪਰਲੋਕ ਵਿੱਚ ਉਹਨੂੰ ਆਨੰਦ ਪ੍ਰਾਪਤ ਹੋਵੇਗਾ। ਵਿਘਨ ਬਿਨਾਸਨ ਹੋਏ ਸਮੁਦਾਏ। ਉਹਦੇ ਸਾਰੇ ਵਿਘਨਾਂ ਦਾ ਨਾਸ਼ ਹੋ ਜਾਵੇਗਾ। ਏਕ ਕੋਸ ਲਗ ਸਕਲ ਗਏ ਸੰਗ। ਇੱਕ ਕੋਹ ਤੱਕ ਸਤਿਗੁਰੂ ਜੀ ਨੂੰ ਛੱਡਣ ਵਾਸਤੇ, ਵਿਦਾ ਕਰਨ ਵਾਸਤੇ ਸਾਰੇ ਗੋਇੰਦਵਾਲ ਸਾਹਿਬ ਦੇ ਲੋਕ, ਸਾਰੀਆਂ ਸੰਗਤਾਂ ਬਾਬਾ ਮੋਹਰੀ ਜੀ ਦੇ ਨਾਲ ਤੁਰੀਆਂ ਹਨ। ਪੁਨ ਸ਼੍ਰੀ ਅਰਜਨ ਥੇਤ ਤਿਸ ਸਥਾਨ। ਫਿਰ ਸਤਿਗੁਰੂ ਜੀ ਇੱਕ ਕੋ ਨਗਰ ਤੋਂ ਦੂਰ ਜਾ ਕੇ ਉੱਥੇ ਰੁਕ ਗਏ ਹਨ। ਚਰਨ ਮੋਹਰੀ ਕੇ ਸਿਰ ਧਰ ਕੇ। ਇੰਨਾ ਪਿਆਰ, ਇੰਨੀ ਨਿਮਰਤਾ ਸਤਿਗੁਰਾਂ ਵਿੱਚ। ਬਾਬਾ ਮੋਹਰੀ ਜੀ ਸਤਿਗੁਰਾਂ ਦੇ ਮਾਮੇ ਲੱਗਦੇ ਨੇ ਨਾ, ਮਾਂ ਦੇ ਭਰਾ ਹਨ। ਤੇ ਗੁਰੂ ਸਾਹਿਬ ਜੀ ਨੇ ਉਸ ਵੇਲੇ ਬਾਬਾ ਮੋਹਰੀ ਜੀ ਦੇ ਚਰਨਾਂ ਦੇ ਉੱਤੇ ਆਪਣਾ ਸਿਰ ਰੱਖਿਆ, ਨਮਸਕਾਰ ਕੀਤੀ। ਭਾਂਤ ਭਾਂਤ ਕੀ ਬਿਨਾ ਬਖਾਨ। ਕਈ ਤਰ੍ਹਾਂ ਦੀਆਂ ਬੇਨਤੀਆਂ ਆਪਣੇ ਮਾਮੇ ਨੂੰ, ਮੋਹਰੀ ਜੀ ਨੂੰ ਕੀਤੀਆਂ ਨੇ। ਕਹਿਬੋ ਬਾਰ ਹਟਾਏ ਪੁਰਕੋ। ਬਾਬਾ ਮੋਹਰੀ ਜੀ ਨੇ ਸਤਿਗੁਰਾਂ ਨੂੰ ਨਮਸਕਾਰ ਕਰਨ ਤੋਂ ਰੋਕਿਆ। ਇਹ ਆਪਸੀ ਪ੍ਰੇਮ ਹੈ। ਜੇ ਸਤਿਗੁਰਾਂ ਨੇ ਬਾਬੇ ਮੋਹਨ ਦਾ ਅਦਬ ਰੱਖਿਆ ਤੇ ਬਾਬੇ ਮੋਹਨ ਨੇ ਵੀ ਫਿਰ ਸਤਿਗੁਰਾਂ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਜਿਨ੍ਹਾਂ ਦਾ ਸੁਭਾਅ ਇੰਨਾ ਕਠੋਰ ਸੀ, ਜਿਹੜੇ ਕਿਸੇ ਦੀ ਪਰਵਾਹ ਨਹੀਂ ਸੀ ਕਰਦੇ, ਇੱਕ ਸਤਿਗੁਰਾਂ ਦੀ ਨਿਮਰਤਾ ਦੇ ਅੱਗੇ ਬਾਬੇ ਮੋਹਨ ਦਾ ਹਿਰਦਾ ਵੀ ਭਾਰਾ ਆ। ਤੇ ਬਾਣੀ ਦੀਆਂ ਪੋਥੀਆਂ ਸਤਿਗੁਰਾਂ ਦੇ ਹਵਾਲੇ ਕਰ ਦਿੱਤੀਆਂ। ਸਤਿਗੁਰਾਂ ਵਿੱਚ ਨਿਮਰਤਾ ਹੀ ਇੰਨੀ, ਪਿਆਰ ਹੀ ਇੰਨਾ ਸਿਖਾਇਆ ਸਤਿਗੁਰਾਂ ਨੇ। ਜਦੋਂ ਮੋਹਰੀ ਜੀ ਨੂੰ ਨਮਸਕਾਰ ਕੀਤੀ ਤੇ ਉਹਨਾਂ ਨੇ ਸਤਿਗੁਰਾਂ ਨੂੰ ਇੰਜ ਕਰਨ ਤੋਂ ਰੋਕਿਆ। ਗੁਣ ਸਭ ਕੋ ਕਰ ਕੇ ਸਨਮਾਨ। ਫਿਰ ਸਤਿਗੁਰਾਂ ਨੇ ਸਾਰਿਆਂ ਦਾ ਸਨਮਾਨ ਕੀਤਾ ਹੈ। ਮੋਰਨ ਕਰੇ ਆਪ ਪਗ ਗਮਨੇ। ਸਾਰਿਆਂ ਨੂੰ ਨਗਰ ਨੂੰ ਵਾਪਸ ਮੋੜ ਦਿੱਤਾ। ਆਪ ਸਤਿਗੁਰੂ ਜੀ ਖਡੂਰ ਸਾਹਿਬ ਵੱਲ, ਅੰਮ੍ਰਿਤਸਰ ਵੱਲ ਨੂੰ ਚੱਲੇ ਹਨ। ਸੰਖ ਨਿਆਰਜੈ ਸ਼ਬਦ ਬਖਾਨ। ਸੰਖਾਂ ਦੀ ਆਵਾਜ਼ ਸਾਰਿਆਂ ਦੇ ਕੰਨਾਂ ਵਿੱਚ ਪੈ ਰਹੀ ਸੀ। ਮੰਦ ਮੰਦ ਚਲ ਉਤਸਵ ਕਰਤੇ। ਹੌਲੀ ਹੌਲੀ ਬਹੁਤਾ ਉਤਸ਼ਾਹ ਮਨਾਉਂਦਿਆਂ ਹੋਇਆਂ ਗ੍ਰਾਮ ਖਡੂਰ ਪਹੁੰਚੇ ਜਾਏ। ਗੋਇੰਦਵਾਲ ਸਾਹਿਬ ਤੋਂ ਚੱਲੇ ਤੇ ਖਡੂਰ ਸਾਹਿਬ ਪਹੁੰਚ ਗਏ ਨੇ। ਸਾਧ ਸੰਗਤ, ਗੋਇੰਦਵਾਲ ਸਾਹਿਬ ਦੇ ਨੇੜੇ ਹੀ ਖਡੂਰ ਸਾਹਿਬ ਸਥਾਨ ਹੈ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਨਗਰੀ, ਜਿੱਥੇ ਲੰਮਾ ਸਮਾਂ ਗੁਰੂ ਅੰਗਦ ਦੇਵ ਸਾਹਿਬ ਜੀ ਉੱਥੇ ਬਿਰਾਜਮਾਨ ਰਹੇ। ਉਸ ਨਗਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਮੁਬਾਰਕ ਚਰਨ ਪਏ। ਗੁਰੂ ਅਮਰਦਾਸ ਸਾਹਿਬ ਜੀ ਦੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਨਗਰੀ ਉਹ ਖਡੂਰ ਸਾਹਿਬ,
ਉੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਪਹੁੰਚੇ ਹਨ। ਸ੍ਰੀ ਅੰਗਦ ਜੀ ਜਹਾਂ ਦੇਹੁਰਾ, ਜਿੱਥੇ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਸੰਸਕਾਰ ਵਾਲਾ ਸਥਾਨ ਹੈ, ਪ੍ਰੇਮ ਸਹਿਤ ਤਹ ਸੀਸ ਨਿਵਾਏ। ਉੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਪਾਵਨ ਸਥਾਨ ਜਾਣ ਕੇ ਨਮਸਕਾਰ ਕੀਤੀ ਹੈ। ਚਾਰ ਪ੍ਰਦਰਸ਼ਨ ਦੇ ਪ੍ਰਸ਼ਾਦ ਬਹੁ, ਉਸ ਸਥਾਨ ਦੀਆਂ ਸਤਿਗੁਰਾਂ ਨੇ ਆਪ 4 ਪ੍ਰਕਰਮਾਂ ਕੀਤੀਆਂ, ਫਿਰ ਪ੍ਰਸ਼ਾਦ ਵਰਤਾ ਦਿੱਤਾ। ਕਰ ਅਰਦਾਸ ਸਭਨ ਵਰਤਾਏ, ਅਰਦਾਸ ਕਰਕੇ ਕੜਾ ਪ੍ਰਸ਼ਾਦੀ ਦੇਗ ਵਰਤਾਈ ਹੈ। ਧਿਆਨ ਧਾਰ ਕਰ ਬਿਨੈ ਬਖਾਨ ਕਰ। ਗੁਰੂ ਅੰਗਦ ਦੇਵ ਸਾਹਿਬ ਜੀ ਦਾ ਧਿਆਨ ਧਾਰਿਆ, ਗੁਰ ਕੀ ਮੂਰਤ ਮਨ ਮੈਂ ਧਿਆਨ। ਫਿਰ ਸਤਿਗੁਰਾਂ ਨੇ ਆਪ ਬੇਨਤੀ ਕੀਤੀ, ਮਹਾ ਸੁਜਸ ਕੋ ਕਥਿਓ ਬਨਾਏ। ਬਹੁਤਾ ਜਸ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਗਾਇਨ ਕੀਤਾ। ਪੁਨ ਕਰੀਰ ਕੋ ਦਰਸ਼ਨ ਕੀਨਸ, ਫਿਰ ਉਹ ਜਿਹੜਾ ਕਰੀਰ ਦਾ ਰੁੱਖ ਸੀ ਉਹਦੇ ਦਰਸ਼ਨ ਕੀਤੇ। ਬੰਦਤ ਚਤੁਰ ਪ੍ਰਦਰਸ਼ਨਾ ਦੀਨਾ, ਮਹਾਰਾਜ ਜੀ ਨੇ ਬੜੇ ਸਨਿਮਰ ਹੋ ਕੇ ਨਮਸਕਾਰ ਕੀਤੀ, 4 ਪ੍ਰਕਰਮਾਂ ਕੀਤੀਆਂ। ਜਿੱਥੇ ਮੇਰੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਮੁਬਾਰਕ ਚਰਨ ਪਏ, ਗੁਰੂ ਅਮਰਦਾਸ ਸਾਹਿਬ ਜੀ ਦਾ ਚਰਨ ਲੱਗਾ, ਉਹ ਅਸਥਾਨ ਵੀ ਜਿਹੜਾ ਸੀ ਪੂਜਣਯੋਗ ਹੋਇਆ। ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਆਰਾਮ ਰਾਜ, ਉਹ ਥਾਂ ਵੀ ਸ਼ੋਭਨੀਕ, ਉਹਦਾ ਵੀ ਗੁਰੂ ਸਾਹਿਬ ਜੀ ਨੇ ਬੜਾ ਅਦਬ ਕੀਤਾ ਕਿ ਇੱਥੇ ਮੇਰੇ ਵੱਡੇ ਸਤਿਗੁਰਾਂ ਨੇ ਆਪਣਾ ਮੁਬਾਰਕ ਚਰਨ ਰੱਖਿਆ। ਸੋ ਉਸ ਸਥਾਨ ਦੀ ਵੀ ਧੂੜ ਆਪਣੇ ਮਸਤਕ ਨੂੰ ਲਾਈ ਹੈ। ਸ੍ਰੀ ਅੰਗਦ ਕੋ ਨੰਦਨ ਦਾਤੂ, ਗੁਰੂ ਅੰਗਦ ਦੇਵ ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ ਦਾਤੂ ਜੀ, ਸੁਣ ਸੁਧ ਸ੍ਰੀ ਗੁਰੂ ਅਰਜਨ ਚੀਨਾ। ਉਹਨਾਂ ਨੂੰ ਜਦੋਂ ਖਬਰ ਮਿਲੀ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਡੇ ਨਗਰ ਆਏ ਨੇ, ਹੋਏ ਆਨੰਦ ਬਿਲੰਦ ਹਿਰਦੇ ਮਹਿ। ਚਿੱਤ ਵਿੱਚ ਬੜੇ ਪ੍ਰਸੰਨ ਹੋਏ। ਸਾਧ ਸੰਗਤ ਬਾਬਾ ਦਾਤੂ ਜੀ ਪਾਸੋਂ ਬੜੀ ਵੱਡੀ ਭੁੱਲ ਹੋਈ ਸੀ, ਉਹ ਅੱਗੇ ਪ੍ਰਸੰਗ ਵਿੱਚ ਆਪ ਦੱਸਣਗੇ। ਜਦੋਂ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਦੀ ਜੋਤ ਆਪ ਚੱਲ ਕੇ ਸਾਡੇ ਨਗਰ 'ਚ ਆ ਗਈ ਹੈ, ਤੇ ਬਾਬਾ ਦਾਤੂ ਜੀ ਹਿਰਦੇ ਵਿੱਚ ਬੜੇ ਖੁਸ਼ ਹੋਏ ਨੇ। ਆਏ ਮਿਲਿਓ ਮਨ ਪ੍ਰੇਮ ਨਵੀਨ, ਮਨ ਵਿੱਚ ਬਹੁਤਾ ਪਿਆਰ ਵਧਾ ਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਆ ਕੇ ਮਿਲੇ ਹਨ। ਇਤ ਸਨਮਾਨ ਅਗਰ ਤੇ ਉਠ ਕਰ, ਸਤਿਗੁਰੂ ਜੀ ਨੇ ਗੁਰੂ ਪੁੱਤਰ ਜਾਣ ਕੇ ਉਹਦਾ ਅਦਬ ਕੀਤਾ, ਖਲੋ ਕੇ ਮਿਲੇ ਪਰਸਪਰ ਨਮਰਤਾ ਕੀਨਾ। ਬੜੇ ਸਨਿਮਰ ਹੋ ਕੇ ਆਪਸ ਵਿੱਚ ਮਿਲੇ ਹਨ। ਜਬ ਦਾਤੂ ਨੇ ਧਰਿਓ ਚਰਨ ਸਿਰ, ਜਦੋਂ ਬਾਬਾ ਦਾਤੂ ਜੀ ਨੂੰ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਤੇ ਸਿਰ ਰੱਖਿਆ, ਨਿਜ ਕਰ ਪਰ ਸ੍ਰੀ ਗੁਰ ਨੇ ਲੀਨਾ। ਸਤਿਗੁਰਾਂ ਨੇ ਛੇਤੀ ਨਾਲ ਬਾਬੇ ਦਾਤੂ ਦਾ ਸਿਰ ਆਪਣੇ ਹੱਥਾਂ 'ਚ ਲੈ ਲਿਆ। ਆਪ ਨਮੋ ਕਰ ਪਾਸ ਬਿਠਾਏ, ਸਤਿਗੁਰਾਂ ਨੇ ਆਪ ਨਮਸਕਾਰ ਕੀਤੀ, ਬਾਬੇ ਦਾਤੂ ਨੂੰ ਤੇ ਕੋਲ ਬਿਠਾ ਲਿਆ। ਕਹਿਓ ਅਣਚਿਤ ਬਾਗ ਕਹਿਓ ਅਣਚਿਤ ਚੀ ਕੀਨਾ। ਸਤਿਗੁਰੂ ਜੀ ਕਹਿਣ ਲੱਗੇ ਬਾਬਾ ਦਾਤੂ ਜੀ ਨੂੰ, ਕਹਿਣ ਲੱਗੇ ਜਿਹੜਾ ਕੰਮ ਤੁਸੀਂ ਕੀਤਾ ਇਹ ਸਹੀ ਨਹੀਂ ਹੈ। ਗੁਰ ਕੇ ਗੁਰ ਗੁਰ ਨੰਦਨ ਹੋ ਤੁਮ, ਤੁਸੀਂ ਤਾਂ ਗੁਰ ਕੇ ਗੁਰ ਗੁਰ ਨੰਦਨ ਹੋ ਤੁਮ। ਗੁਰੂ ਦੇ ਗੁਰੂ ਕੌਣ ਨੇ? ਗੁਰੂ ਹਨ ਗੁਰੂ ਰਾਮਦਾਸ ਜੀ, ਤੇ ਗੁਰੂ ਦੇ ਗੁਰੂ ਨੇ ਗੁਰੂ ਅਮਰਦਾਸ, ਤੇ ਗੁਰੂ ਅਮਰਦਾਸ ਸਾਹਿਬ ਦੇ ਗੁਰੂ ਨੇ ਗੁਰੂ ਅੰਗਦ ਦੇਵ ਸਾਹਿਬ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਜਦੋਂ ਬਾਬੇ ਦਾਤੂ ਨੇ ਸਤਿਗੁਰਾਂ ਦੇ ਚਰਨਾਂ ਤੇ ਸਿਰ ਰੱਖਿਆ ਨਾ, ਤੇ ਮਹਾਰਾਜ ਕਹਿਣ ਲੱਗੇ ਗੁਰ ਕੇ ਗੁਰ ਗੁਰ ਨੰਦਨ ਹੋ ਤੁਮ। ਗੁਰੂ ਦੇ ਗੁਰੂ ਤੇ ਗੁਰੂ ਦੇ ਗਾਂ ਗੁਰੂ ਦੇ ਪੁੱਤਰ ਹੋ ਤੁਸੀਂ। ਹਮ ਹੈ ਆਪ ਦਾਸ ਮਨ ਚੀਨਾ, ਅਸੀਂ ਤਾਂ ਮਨ ਵਿੱਚ ਆਪਣੇ ਦਾਸ ਭਾਵ ਆਪਣੇ ਮਨ ਵਿੱਚ ਤੁਹਾਡੇ ਦਾਸ ਆਪਣੇ ਆਪ ਨੂੰ ਸਮਝਦੇ ਹਾਂ। ਸੇਵਨ ਉਚਿਤ ਚਰਨ ਰਜਰਾਵਰ, ਅਸੀਂ ਤਾਂ ਤੁਹਾਡੇ ਚਰਨ ਧੂੜ ਦੇ ਸੇਵਕ ਹਾਂ। ਸਦਾ ਤੁਮਾਰੇ ਅਹਿ ਅਧੀਨ, ਸਦਾ ਹੀ ਅਸੀਂ ਤੁਹਾਡੇ ਅਧੀਨ ਹਾਂ। ਸੁਣ ਦਾਤੂ ਕਰ ਜੋਰ ਕਹਿਤ ਭਾ। ਸਤਿਗੁਰਾਂ ਦਾ ਬਚਨ ਸੁਣ ਕੇ ਬਾਬੇ ਦਾਤੂ ਨੇ ਦੋਵੇਂ ਹੱਥ ਜੋੜੇ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਿਹਾ, ਆਪ ਸੁਨੋ ਮੇਰੋ ਬਰਤੰਤ। ਬਾਬਾ ਦਾਤੂ ਜੀ ਕਹਿੰਦੇ ਸਤਿਗੁਰੂ ਜੀ ਜੋ ਮੇਰੇ ਨਾਲ ਵਾਪਰਿਆ ਹੈ ਨਾ, ਜੋ ਗੱਲਬਾਤ ਮੇਰੇ ਨਾਲ ਹੋਈ ਹੈ ਉਹ ਤੁਸੀਂ ਸੁਣੋ। ਹੱਥ ਹੰਕਾਰ ਭਇਓ ਮੈਂ ਜੈਸੋ, ਹੁਣ ਜਿਸ ਤਰ੍ਹਾਂ ਮੇਰੇ ਅੰਦਰੋਂ ਹੰਕਾਰ ਦੂਰ ਹੋਇਆ ਹੈ, ਅਰ ਤੁਮਰੋ ਆਗਮ ਚਿਤਵੰਤ। ਮਹਾਰਾਜ ਤੁਹਾਡਾ ਆਉਣਾ ਮੇਰੇ ਚਿੱਤ ਨੂੰ ਬੜਾ ਚੰਗਾ ਲੱਗਾ ਹੈ। ਜਿਸ ਤਰ੍ਹਾਂ ਮੇਰਾ ਹੰਕਾਰ ਦੂਰ ਹੋਇਆ, ਇਹ ਸਾਰੀ ਗੱਲਬਾਤ ਆਪ ਜੀ ਸੁਣੋ। ਸ੍ਰੀ ਗੁਰੂ ਅਮਰਲੀਨ ਜਬ ਗੁਰਤਾ, ਜਦੋਂ ਗੁਰੂ ਅਮਰਦਾਸ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਕਿਉਂਕਿ ਸਾਡੇ ਪਿਤਾ ਗੁਰੂ ਅੰਗਦ ਦੇਵ ਸਾਹਿਬ ਤੇ ਗੁਰੂ ਅੰਗਦ ਦੇਵ ਸਾਹਿਬ ਪਾਸੋਂ ਜਦੋਂ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਲਈ, ਭਈ ਈਰਖਾ ਮੁਝ ਅਤਿਅੰਤ। ਮੇਰੇ ਮਨ ਵਿੱਚ ਈਰਖਾ ਨੇ ਜਨਮ ਲਿਆ, ਬਹੁਤ ਜ਼ਿਆਦੀ ਈਰਖਾ ਮੈਂ ਗੁਰੂ ਅਮਰਦਾਸ ਜੀ ਨਾਲ ਕੀਤੀ। ਤਿਨ ਕੀ ਮਹਿਮਾ ਪਾਕ ਸਮਸਮਰ, ਉਹਨਾਂ ਦੀ ਜਿਹੜੀ ਮਹਿਮਾ ਸੀ ਨਾ ਮੇਰੇ ਸਾਹਮਣੇ ਅੱਗ ਦੀ ਤਰ੍ਹਾਂ ਸੀ। ਸ਼ੁਸ਼ਕ ਤ੍ਰਿਨਨਾ ਜੋ ਹਿਰਦਾ ਜਗਨ ਜਰੰਤ, ਮੇਰਾ ਹਿਰਦਾ ਸੀ ਸੁੱਕੇ ਤੀਲਿਆਂ ਵਰਗਾ, ਤੇ ਜਿੱਥੇ ਸੁੱਕੇ ਕੱਖ ਪਏ ਹੋਣ ਉੱਥੇ ਅੱਗ ਦੀ ਚੰਗਿਆੜੀ ਵੀ ਪਵੇ ਤੇ ਉਹਨੂੰ ਸਾੜ ਕੇ ਭਸਮ ਕਰਦੀ। ਈਰਖਾ ਸੱਚਮੁੱਚ ਇਹ ਹੈ ਕਿ ਕਿਸੇ ਦੇ ਗੁਣ ਦੇਖ ਕੇ, ਕਿਸੇ ਦੀ ਵਡਿਆਈ ਦੇਖ ਕੇ ਉਹਨੂੰ ਨਾ ਜਰਨਾ,
ਤੇ ਫਿਰ ਬਾਬਾ ਦਾਤੂ ਜੀ ਕਹਿੰਦੇ ਕਿ ਮੇਰਾ ਅੰਦਰ ਸੀ ਕੱਖਾਂ ਦੇ ਤੀਲਿਆਂ ਵਰਗਾ, ਬਹੁਤ ਹੌਲਾ ਸੀ, ਤੇ ਗੁਰੂ ਸਾਹਿਬ ਦੀ ਵਡਿਆਈ, ਮੈਂ ਗੁਰੂ ਅਮਰਦਾਸ ਜੀ ਦੀ ਮਹਿਮਾ ਦੇਖੀ, ਵਡਿਆਈ ਦੇਖੀ, ਉਹ ਮੈਨੂੰ ਅੱਗ ਵਰਗੀ ਲੱਗੀ। ਦੇਸ਼ ਵਿਦੇਸ਼ਨ ਕੀ ਬੜ ਸੰਗਤ। ਕਿਉਂ ਅੱਗ ਵਰਗੀ ਮੇਰੇ ਹਿਰਦੇ ਨੂੰ ਸਾੜਨ ਲੱਗੀ? ਕਿਉਂਕਿ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ, ਨਰ ਨਾਰੀ ਆਵੈ ਸਮੁਦਾਏ। ਬਹੁਤ ਲੋਕ ਇਕੱਠੇ ਹੋ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਆਉਣ ਲੱਗੇ। ਅਣਕੋ ਪਾਇਨ ਪਾਇਨ ਨਿਰਪੈ। ਜਦੋਂ ਸੰਗਤਾਂ ਆਉਂਦੀਆਂ ਸੀ, ਕੀਮਤੀ ਭੇਟਾਵਾਂ ਗੁਰੂ ਅਮਰਦਾਸ ਜੀ ਨੂੰ ਅਰਪਣ ਕਰਦੀਆਂ ਸੀ। ਮਨ ਬਾਸ਼ਤ ਸਭ ਹੀ ਫਲ ਪਾਏ। ਉਹ ਸੰਗਤਾਂ ਮਨ ਭਾਉਂਦੇ ਫਲ ਸਤਿਗੁਰਾਂ ਤੋਂ ਪ੍ਰਾਪਤ ਕਰਦੀਆਂ ਸਨ। ਮੋਕੋ ਦੁਖਤ ਦੇਖ ਕਰ ਗਮਣੇ। ਪਰ ਗੁਰੂ ਅਮਰਦਾਸ ਜੀ ਦੀ ਵਡਿਆਈ ਦੇਖ ਕੇ, ਆਉਂਦੀਆਂ ਸੰਗਤਾਂ ਦੇਖ ਕੇ, ਉਹਨਾਂ ਦੇ ਚਰਨਾਂ 'ਚ ਭੇਟਾਵਾਂ ਚੜ੍ਹਦੀਆਂ ਦੇਖ ਕੇ ਮੈਨੂੰ ਬੜਾ ਦੁੱਖ ਲੱਗਾ। ਗੋਇੰਦਵਾਲ ਬਸੇ ਪੁਨ ਜਾਏ। ਫਿਰ ਸਤਿਗੁਰਾਂ ਨੇ ਜਦ ਦੇਖਿਆ ਕਿ ਮੈਂ ਦੁਖੀ ਹੋ ਰਿਹਾ, ਉਹਨਾਂ ਦੀ ਵਡਿਆਈ ਮੈਂ ਜਰ ਨਹੀਂ ਸਕਿਆ, ਉਹਨਾਂ ਨੇ ਖਡੂਰ ਸਾਹਿਬ ਨਗਰ ਛੱਡ ਦਿੱਤਾ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣੇ ਹੁੰਦਿਆਂ ਹੀ ਇਹ ਨਗਰ ਕਿਹਾ ਸੀ ਕਿ ਤੁਸੀਂ ਇੱਥੇ ਨਹੀਂ, ਤੁਸੀਂ ਨਵਾਂ ਨਗਰ ਜਿਹੜਾ ਹੈ ਉਹ ਵਸਾਓ। ਭਾਵੇਂ ਭਾਈ ਗੋਂਦਾ ਮਹਾਰਾਜ ਦੇ ਚਰਨਾਂ 'ਚ ਆਇਆ, ਉਹਦੀ ਬੇਨਤੀ ਕਰਨ ਤੇ ਸਤਿਗੁਰਾਂ ਨੇ ਪੁੱਤਰਾਂ ਨੂੰ ਕਿਹਾ ਸੀ। ਪਹਿਲਾਂ ਬਾਬੇ ਦਾਤੂ ਨੂੰ ਕਿਹਾ, ਇਨਕਾਰ ਕਰ ਦਿੱਤਾ। ਦਾਸੂ ਜੀ ਨੇ ਕਿਹਾ ਕਿ ਹੁਣ ਕਿਹਦੇ ਨਾਲ ਚੱਲ ਕੇ ਜਾਵਾਂਗੇ। ਪਰ ਜਦੋਂ ਸ਼੍ਰੀ ਅਮਰਦਾਸ ਜੀ ਨੂੰ ਹੁਕਮ ਹੋਇਆ ਤੇ ਉਸੇ ਵੇਲੇ ਗਲ ਵਿੱਚ ਪੱਲਾ ਪਾ ਕੇ ਗੁਰੂ ਅਮਰਦਾਸ ਸਾਹਿਬ ਉੱਠ ਪਏ, ਭਾਈ ਗੋਂਦੇ ਨਾਲ ਗਏ, ਉਹ ਨਗਰ ਵਸਾਇਆ ਤੇ ਨਗਰ ਦਾ ਨਾਮ ਗੋਇੰਦਵਾਲ ਰੱਖਿਆ। ਸਤਿਗੁਰੂ ਬਾਬਾ ਦਾਤੂ ਜੀ ਕਹਿੰਦੇ ਕਿ ਗੁਰੂ ਸਾਹਿਬ ਨੇ ਨਗਰ ਛੱਡ ਦਿੱਤਾ। ਕਿਉਂ ਛੱਡਿਆ? ਮੇਰੀ ਈਰਖਾ ਨੂੰ ਦੇਖ ਕੇ। ਉਹ ਨੇੜੇ ਗੋਇੰਦਵਾਲ ਨਗਰ, ਉੱਥੇ ਜਾ ਰਹਿਣ ਲੱਗੇ। ਵੀ ਅਧਿਕ ਭੀੜ ਹੋਏ ਨਿਤ ਪ੍ਰਤ। ਪਰ ਹੁਣ ਸੰਗਤਾਂ ਕੀ ਦੇਖਦੀਆਂ ਨੇ? ਸੰਗਤਾਂ ਗੁਰੂ ਜੋਤ ਦੇਖਦੀਆਂ ਨੇ। ਜਿੱਥੇ ਗੁਰੂ ਸਾਹਿਬ ਦੀ ਜੋਤ ਬਿਰਾਜਮਾਨ ਹੋਵੇ ਨਾ, ਸਾਧ ਸੰਗਤ ਮੰਜੀਆਂ ਤੇ ਬਾਈ ਲੱਗੀਆਂ ਸੀ ਬਕਾਲੇ, ਬਾਬੇ ਬਕਾਲੇ। ਪਰ ਜਿਹੜਾ ਸਿੱਖ ਸੀ ਪੂਰਾ ਗੁਰੂ ਦਾ, ਉਹਨੇ ਗੁਰੂ ਜੋਤ ਦੇ ਦਰਸ਼ਨ ਕਰ ਹੀ ਲਏ। ਬਾਬਾ ਬਸੇ ਵਿੱਚ ਬਕਾਲੇ, ਉਦੋਂ ਵੀ ਬੜੀਆਂ ਮੰਜੀਆਂ ਲੱਗੀਆਂ ਤੇ ਮੰਜੀਆਂ ਅੱਜ ਵੀ ਘੱਟ ਨਹੀਂ ਨੇ। ਪਰ ਜਿਹੜੇ ਗਿਆਨਵਾਨ ਸਿੱਖ ਨੇ ਨਾ, ਉਹ ਪੂਰੇ ਗੁਰੂ ਦੇ ਕੋਲ ਚੱਲ ਕੇ ਆ ਜਾਂਦੇ ਨੇ ਤੇ ਪੂਰੇ ਦੀ ਪ੍ਰਾਪਤੀ ਕਰ ਲੈਂਦੇ। ਜਿਸ ਤਰ੍ਹਾਂ ਹੀਰੇ ਦੀ ਚਮਕ ਹੀ ਦੱਸ ਦਿੰਦੀ ਕਿ ਹੀਰਾ ਹੈ, ਤੇ ਆਰਟੀਫਿਸ਼ਲ ਜਿੰਨੇ ਮਰਜ਼ੀ ਰੱਖੀ ਜਾਵੋ, ਥੋੜੇ ਸਮੇਂ ਬਾਅਦ ਪਤਾ ਲੱਗ ਜਾਂਦਾ ਇਸ ਦੇ ਵਿੱਚ ਅਸਲ ਪੁਣਾ ਨਹੀਂ, ਇਹ ਨਕਲੀ ਹੈ। ਇਸ ਲਈ ਬਾਬਾ ਦਾਤੂ ਜੀ ਕਹਿੰਦੇ ਖਡੂਰ ਸਾਹਿਬ ਨਗਰ ਛੱਡਿਆ ਸਤਿਗੁਰਾਂ ਨੇ, ਗੋਇੰਦਵਾਲ ਸਾਹਿਬ ਜਾ ਰਹਿਣ ਲੱਗੇ। ਪਰ ਸੰਗਤਾਂ ਜਿਹੜੀਆਂ ਸੀ ਉਹ ਗੋਇੰਦਵਾਲ ਸਾਹਿਬ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਲੱਗੀਆਂ। ਮਹਿਮਾ ਪੂਰਨ ਪੀ ਝੌਂਕਾਏ। ਚਾਰੇ ਪਾਸੇ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਫੈਲੀ ਹੈ। ਇੱਕ ਖੱਤਰੀ ਮਮ ਮਿੱਤਰ ਹੋ ਤੋ ਬਹੁ। ਬਾਬਾ ਦਾਤੂ ਜੀ ਕਹਿੰਦੇ ਕਿ ਇੱਕ ਖੱਤਰੀ ਮੇਰਾ ਮਿੱਤਰ ਸੀ। ਇੱਕ ਦਿਨ ਆਏ ਕਹਿਓ ਇਮ ਬੈਣ। ਉਹ ਮੇਰੇ ਮਿੱਤਰ ਨੇ ਮੈਨੂੰ ਆ ਕੇ ਚੁੱਕਣਾ ਦਿੱਤੀ। ਮੈਨੂੰ ਇਸ ਤਰ੍ਹਾਂ ਕਹਿਣ ਲੱਗਾ, ਤੁਮ ਤੋ ਪੁੱਤਰ ਕਹਾਵਤ ਗੁਰ ਕੇ। ਕਿ ਦਾਤੂ ਤੂੰ ਤਾਂ ਗੁਰੂ ਅੰਗਦ ਦੇਵ ਸਾਹਿਬ ਦਾ ਪੁੱਤਰ ਹੈ, ਤੂੰ ਤਾਂ ਗੁਰੂ ਪੁੱਤਰ ਕਹਾਉਂਦਾ ਹੈ, ਕੁਛ ਰਚਨਾ ਤੁਮਰੇ ਟਿਕ ਹੈ ਨਾ। ਪਰ ਤੇਰੇ ਕੋਲ ਤਾਂ ਰੌਣਕ ਹੈ ਹੀ ਨਹੀਂ। ਤੂੰ ਗੁਰੂ ਪੁੱਤਰ ਕਾਹਦਾ? ਹੁਣ ਤੇਰੀ ਮਹਿਮਾ ਕੀ ਹੈ? ਤੂੰ ਗੁਰੂ ਪੁੱਤਰ ਕਹਾਉਣਾ ਹੈ, ਪਰ ਤੇਰੇ ਕੋਲ ਸੰਗਤ ਦੀ ਰੌਣਕ ਨਹੀਂ ਹੈ। ਸੰਗਤ ਆਏ ਨ ਅਰਪਹਿ ਧਨ ਕੋ। ਨਾ ਹੀ ਤੇਰੇ ਕੋਲ ਸੰਗਤਾਂ ਆ ਕੇ ਭੇਟਾਵਾਂ ਰੱਖਦੀਆਂ ਨੇ। ਨਮੋ ਨ ਕਰਤੇ ਆਏ ਕੋ ਐਣ। ਕੋਈ ਵੀ ਤੁਹਾਡੇ ਘਰ ਆ ਕੇ ਤੈਨੂੰ ਨਮਸਕਾਰ ਨਹੀਂ ਕਰ ਰਿਹਾ। ਰਹੇ ਰੰਕ ਸਮ ਬੈਠਦਾ ਰਿੱਧੀ। ਤੂੰ ਤਾਂ ਗਰੀਬਾਂ ਵਾਂਗੂ ਦਲਿਦਰੀ ਬਣ ਕੇ ਬੈਠਾ ਹੈ। ਬਿਨ ਉਦਮ ਆਲਸ ਦਿਨ ਰਹਿਣ। ਦਿਨ ਰਾਤ ਤੂੰ ਬਿਨਾਂ ਉਦਮ ਤੋਂ ਬਤੀਤ ਕਰ ਰਿਹਾ ਹੈ। ਇਸੀ ਥਾਨ ਕੋ ਖਤਰੇ ਦੋ ਕੋ। ਤੇ ਕਿਸੇ ਹੋਰ ਥਾਂ ਦਾ ਇੱਕ ਖੱਤਰੀ ਚੱਲ ਕੇ ਆਇਆ। ਗੁਰੂ ਬਣਿਓ ਨਿਜ ਪਦ ਪੁਜਵਾਏ। ਉਹ ਗੁਰੂ ਬਣ ਬੈਠਾ ਤੇ ਆਪਣੇ ਚਰਨਾਂ ਦੀ ਪੂਜਾ ਕਰਾ ਰਿਹਾ ਹੈ। ਤੋ ਟਹਿ ਲਿਆ ਤੁਮਰੇ ਘਰ ਕੋ। ਉਹ ਤਾਂ ਤੁਹਾਡੇ ਘਰ ਦਾ ਕੁਝ ਦਿਨ ਪਹਿਲਾਂ ਤੁਹਾਡੇ ਘਰ ਦਾ ਸੇਵਕ ਸੀ। ਅਬ ਸਮਾਜ ਅਧਿਕੈ ਬਿਰਧਾਏ। ਹੁਣ ਉਹਦਾ ਬਹੁਤਾ ਸਾਜੋ ਸਮਾਨ ਵਧਿਆ ਹੈ ਉਹਦੇ ਨਗਰ ਵਿੱਚ। ਭਏ ਮ੍ਰਿਤਕ ਜੀਵਤ ਹੀ ਜਗ ਤੁਮ। ਕਹਿੰਦਾ ਹੈ ਕਿ ਤੁਸੀਂ ਜਿਉਂਦਿਆਂ ਜੀ ਮਰਿਆਂ ਦੇ ਸਮਾਨ ਹੋ ਗਏ ਹੋ। ਕੋ ਨਾਮ ਨਹੀਂ ਬਿਦਤਾਏ। ਤੇਰਾ ਨਾਂ ਜਗਤ ਵਿੱਚ ਸੰਸਾਰ ਵਿੱਚ ਨਹੀਂ ਪ੍ਰਗਟ ਹੋਇਆ। ਅਹੋ ਨਲਾਇਕ ਲੇਤ ਨ ਤਿਸਤੇ। ਤੂੰ ਬੜਾ ਨਲਾਇਕ ਹੈ। ਤੂੰ ਜਾ ਕੇ ਉਹਨਾਂ ਕੋਲੋਂ ਗੁਰਤਾ ਗੱਦੀ ਕਿਉਂ ਨਹੀਂ ਖੋ ਲੈਂਦਾ? ਜੇ ਅਬ ਬੈਠਿਓ ਬਹੁ ਧਨ ਪਾਏ। ਜੇ ਬੈਠਾ ਉਹ ਬਹੁਤਾ ਧਨ ਪਾ ਰਿਹਾ ਹੈ। ਸਰਪ ਸਮਾਨ ਹੁਤੋ ਮਨ ਪੂਰਬ। ਕਹਿੰਦਾ ਕਿ ਮੇਰਾ ਪਹਿਲਾ ਹੀ ਮਨ ਜਿਹੜਾ ਸੀ ਉਹ ਸੱਪ ਦੇ ਸਮਾਨ ਸੀ। ਤਿਸ ਕੇ ਬਾਕਣ ਸ਼ੇਰ ਨਕੀਨ। ਉਹ ਮੇਰੇ ਮਿੱਤਰ ਦੇ ਜਿਹੜੇ ਬਚਨ ਸੀ ਉਹਨਾਂ ਨੇ ਮੇਰੇ ਮਨ ਰੂਪੀ ਸੱਪ ਨੂੰ ਛੇੜ ਦਿੱਤਾ। ਗੁਰੂ ਅਮਰ ਕੋ ਡਸਨ ਹੇਤ ਮੈਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਡਸਣ ਵਾਸਤੇ, ਕਿਉਂਕਿ ਮੇਰੇ ਕੋਲੋਂ ਜਰਿਆ ਨਾ ਗਿਆ, ਮੇਰੇ ਮਿੱਤਰ ਨੇ ਆ ਕੇ ਚੁੱਕਣਾ ਦਿੱਤੀ ਕਿ ਉਹ ਬਾਹਰੋਂ ਖੱਤਰੀ ਇੱਕ ਚੱਲ ਕੇ ਆਇਆ, ਕੁਝ ਦਿਨ ਪਹਿਲਾਂ ਤੁਹਾਡੇ ਘਰ ਦਾ ਸੇਵਕ ਸੀ, ਹੁਣ ਗੁਰੂ ਬਣ ਬੈਠਾ। ਇਹੋ ਹੀ ਤਾਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਹੈ ਨਾ। ਹਰ ਜੀਓ ਨਿਮਾਣਿਆ ਤੂੰ ਮਾਣ, ਨੇ ਚੀਜ਼ਿਆਂ ਚੀਜ਼ ਕਰੇ ਮੇਰਾ ਗੋਬਿੰਦ,
ਤੇਰੀ ਕੁਦਰਤ ਕਉ ਕੁਰਬਾਨ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ। ਇੱਥੇ ਜਿੰਨਾ ਪੱਲੇ ਕੁਝ ਵੀ ਨਹੀਂ ਨਾ ਹੁੰਦਾ, ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਆ ਕੇ ਦਰ ਦੇ ਸੇਵਕ ਬਣ ਜਾਣ ਤੇ ਮਹਾਰਾਜ ਉਹਨਾਂ ਨੂੰ ਫਿਰ ਕੀੜਾ ਥਾਪ ਦੇ ਪਾਤਸ਼ਾਹੀ। ਵੱਡੀਆਂ ਪਾਤਸ਼ਾਹੀਆਂ ਗੁਰੂ ਨਾਨਕ ਸਾਹਿਬ ਦੇ ਘਰੋਂ ਉਹਨਾਂ ਨੂੰ ਮਿਲੀਆਂ ਨੇ। ਇਹ ਉਹਨੇ ਆ ਕੇ ਚੁੱਕਣਾ ਦਿੱਤੀ ਹੈ। ਬਾਬਾ ਦਾਤੂ ਕਹਿੰਦਾ ਫਿਰ ਮੇਰਾ ਮਨ ਜਿਹੜਾ ਸੀ ਉਹ ਪਹਿਲਾਂ ਸੱਪ ਦੀ ਤਰ੍ਹਾਂ ਸੀ। ਮਨ ਉਹਦੇ ਜਿਹੜੇ ਬੋਲ ਸਨ ਉਹਨੇ ਮੇਰੇ ਮਨ ਨੂੰ ਛੇੜ ਦਿੱਤਾ। ਕਸ਼ਟ ਦੇ ਨ ਕੋ ਉਦਮ ਲੀਨਾ। ਮੈਂ ਗੁਰੂ ਅਮਰਦਾਸ ਸਾਹਿਬ ਨੂੰ ਡਸਣ ਵਾਸਤੇ, ਕਸ਼ਟ ਦੇਣ ਵਾਸਤੇ ਵੱਡਾ ਉਦਮ ਕੀਤਾ। ਬਾਗ ਬਾਣ ਸੇ ਗੜੇ ਹਿਰਦੇ ਮਾਮਾ। ਮੇਰੇ ਮਨ ਦੇ ਵਿੱਚ ਉਹਦੇ ਬਚਨ ਮੇਰੇ ਮਿੱਤਰ ਦੇ ਉਹ ਤੀਰ ਵਾਂਗੂ ਗੱਡੇ ਗਏ। ਦੁਖ ਕੋ ਧਾਰਤ ਧੀਰਜ ਛੀਣਾ। ਮੇਰੇ ਅੰਦਰ ਦਾ ਧੀਰਜ ਨਾਸ ਹੋ ਗਿਆ, ਮਨ ਬਹੁਤਾ ਦੁਖੀ ਹੋਇਆ। ਤ੍ਰਿਣ ਮਨ ਜਰਤ ਕ੍ਰੋਧ ਬੜ ਅਗਨੀ। ਮੇਰਾ ਮਨ ਜਿਹੜਾ ਸੀ ਉਹ ਕੱਖਾਂ ਦੀ ਤਰ੍ਹਾਂ ਸੀ ਤੇ ਕ੍ਰੋਧ ਦੀ ਅੱਗ ਨਾਲ ਸੜਿਆ। ਕ੍ਰਿਤ ਤਿਨ ਉਪਰ ਮਨੋ ਕ੍ਰਿਤ ਤਨ ਉਪਰ ਦੀਨਾ। ਮਾਨੋ ਕਿ ਮੇਰੇ ਮਿੱਤਰ ਦੀਆਂ ਗੱਲਾਂ ਨੇ ਉੱਤੇ ਘਿਓ ਪਾ ਦਿੱਤਾ ਤੇ ਮੇਰਾ ਮਨ ਬਹੁਤਾ ਸੜਿਆ ਹੈ। ਹੋਤ ਸੁਸ਼ੀਲ ਸੰਗ ਲਹਿ ਖੋਟੇ। ਕਹਿੰਦੇ ਕਿ ਜਿਸ ਤਰ੍ਹਾਂ ਕੋਈ ਚੰਗਾ ਬੰਦਾ ਖੋਟੇ ਦੀ ਸੰਗਤ ਚ ਬਹਿ ਜਾਵੇ, ਬਿਗਰ ਜਾਤ ਸ਼ੁਭ ਮਤ ਬਿਸਰਾਏ। ਉਹਦੀ ਚੰਗੀ ਮਤ ਵੀ ਜਿਹੜੀ ਹੈ ਨਾ ਉਹ ਵਿਗੜ ਜਾਂਦੀ। ਇਹ ਸੰਗਤ ਦਾ ਹੀ ਅਸਰ ਹੈ। ਤਾਂ ਹੀ ਉਹ ਭਗਤ ਜੀ ਕਹਿ ਰਹੇ ਨੇ, ਕਬੀਰ ਸੰਗਤ ਕਰੀਐ ਸਾਧ ਕੀ, ਅੰਤ ਕਰੈ ਨਿਰਵਾਹੋ, ਸਾਖਤ ਸੰਗ ਨ ਕੀਜੀਐ ਜਾਂਤੇ ਹੋਏ ਬਿਨਾਹੋ। ਕਹਿੰਦੇ ਚੰਗਾ ਭਲਾ ਬੰਦਾ ਹੋਵੇ, ਮਾੜੀ ਸੰਗਤ ਚ ਬਹਿ ਜਾਵੇ ਤੇ ਉਹਦਾ ਵੀ ਉਹ ਨੁਕਸਾਨਕਾਰੀ ਦਿੰਦੀ ਮਾੜੀ ਸੰਗਤ। ਭਗਤ ਜੀ ਨੇ ਤਾਂ ਮਾੜੀ ਸੰਗਤ ਨੂੰ ਕਾਲੇ ਬਰਤਨ ਦੀ ਤਰ੍ਹਾਂ ਕਿਹਾ ਹੈ। ਕਬੀਰ ਮਾੜੀ ਸੰਗਤ ਕਹਿੰਦੇ ਐਸੀ ਹੈ ਕਿ ਜੇ ਜਿਸ ਤਰ੍ਹਾਂ ਕਾਲਾ ਬਰਤਨ ਹੋਵੇ ਤੇ ਜੇ ਉਹਦੇ ਲਾਗੋਂ ਵੀ ਲੰਘ ਜਾਈਏ ਨਾ ਤਾਂ ਉਹ ਕੱਛ ਲੱਗੈ ਦਾਗ, ਉਹ ਕੱਪੜਿਆਂ ਨੂੰ ਵਧੋ ਵਧੀ ਦਾਗ ਲੱਗ ਹੀ ਜਾਂਦਾ ਹੈ। ਇਸ ਤਰ੍ਹਾਂ ਬਾਬਾ ਦਾਤੂ ਜੀ ਕਹਿੰਦੇ ਕਿ ਮੇਰਾ ਮਨ ਉਹਦੀਆਂ ਗੱਲਾਂ 'ਚ ਆ ਗਿਆ। ਮੈਂ ਬੜੇ ਗੁੱਸੇ 'ਚ ਉੱਠਿਆ ਤੇ ਨੇੜੇ ਨਗਰ ਗੋਇੰਦਵਾਲ ਸਾਹਿਬ ਸੀ, ਸੰਗਤਾਂ ਦਾ ਇਕੱਠ ਦੇਖ ਕੇ ਜਰਿਆ ਨਾ ਗਿਆ। ਜਿਸ ਤਰ੍ਹਾਂ ਬਾਬੇ ਦਾਤੂ ਕੋਲੋਂ ਭੁੱਲ ਹੋਈ, ਵੱਡਾ ਅਪਰਾਧ ਹੋਇਆ ਕਿ ਨਿਮਰਤਾ ਦੇ ਪੁੰਜ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਤੇ ਲੱਤ ਮਾਰਨ ਦੀ ਵੱਡੀ ਬੇਅਦਬੀ ਇਹਨਾਂ ਪਾਸੋਂ ਹੋਈ ਸੀ। ਪਰ ਬਾਅਦ ਵਿੱਚ ਉਸ ਦਿਨ ਤੋਂ ਇਹਨਾਂ ਦੇ ਲੱਤ ਦੀ ਦਰਦ ਗਈ ਨਾ। ਜਿਸ ਤਰ੍ਹਾਂ ਹੁਣ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ ਬੇਨਤੀਆਂ ਕਰਨਗੇ, ਮਹਾਰਾਜ ਜੋਤ ਤਾਂ ਉਹ ਹੈ ਨਾ, ਗੁਰੂ ਅਮਰਦਾਸ ਮਹਾਰਾਜ ਜੀ ਦੀ ਵਰਤ ਰਹੀ ਹੈ। ਕਿਰਪਾ ਕਰੋ ਮੇਰੇ ਤੋਂ ਹੋਈਆਂ ਭੁੱਲਾਂ ਬਖਸ਼ ਦਿਓ। ਤੇ ਗੁਰਦੇਵ ਹੈ ਹੀ ਬਖਸ਼ਣਹਾਰ ਨੇ। ਜਿਹੜਾ ਨਿਮਰਤਾ ਨਾਲ ਚੱਲ ਕੇ ਗੁਰੂ ਚਰਨਾਂ ਵਿੱਚ ਆਉਂਦਾ ਹੈ, ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹੋ ਬਿਰਧ ਸੁਆਮੀ ਸੰਦਾ। ਗੁਰੂ ਸਾਹਿਬ ਅਕਾਲ ਪੁਰਖ ਦਾ ਸਰੂਪ ਨੇ। ਇਹ ਸਾਰਾ ਸੰਸਾਰ ਉਹਨਾਂ ਦੀ ਆਪਣੀ ਸੰਤਾਨ ਹੈ। ਏਕ ਪਿਤਾ ਏਕਸ ਕੇ ਹਮ ਬਾਰਕ। ਬੱਚੇ ਭੁੱਲ ਜਾਂਦੇ ਨੇ, ਪਰ ਜੇ ਕਿਤੇ ਆਪਣੀ ਭੁੱਲ ਬਖਸ਼ਾਉਣ ਤੇ ਮਾਪੇ ਫਿਰ ਬਖਸ਼ ਵੀ ਦਿੰਦੇ। ਜਿਸ ਤਰ੍ਹਾਂ ਸਤਿਗੁਰਾਂ ਨੇ ਬਾਬੇ ਮੋਹਨ ਨੂੰ ਬਖਸ਼ਿਆ ਤੇ ਗੁਰੂ ਬਾਬੇ ਦਾਤੂ ਦੀ ਭੁੱਲ ਬਖਸ਼ੀ। ਫਿਰ ਸਤਿਗੁਰੂ ਜੀ ਪੋਥੀਆਂ ਸਾਹਿਬ ਲੈ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੇ ਨੇ। ਇੱਥੇ ਲਿਆ ਕੇ ਪੋਥੀਆਂ ਬਿਰਾਜਮਾਨ ਕਰਨਗੇ। ਇਹ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਂਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਜੋ ਉਪਦੇਸ਼ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਹੈ, ਅਰਦਾਸ ਕਰੀਏ ਸਤਿਗੁਰਾਂ ਦਾ ਦਿੱਤਾ ਉਪਦੇਸ਼ ਸਾਡੇ ਹਿਰਦਿਆਂ 'ਚ ਵਸ ਜਾਵੇ। ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕਣ। ਬਾਣ ਬਾਣ ਸੇ ਗਡੇਰ ਦੇ ਮਾਮਾ, ਦੁਖੋ ਧਾਰਜ ਧੀਰਜ ਛੀਨਾ। ਤ੍ਰਿਣ ਮਮ ਜਰਤ ਕ੍ਰੋਧ ਬੜ ਅਗਨੀ, ਮਨੋ ਕ੍ਰਿਤ ਤਨ ਉਪਰ ਦੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।